सवालों जवाबों का अज का प्रोग्राम लैके असी फिर हाजिर हाँ जी। मैं हाँ नवदीप कौर ते मेरे नाल ने साडे सत्कारयोग बापू जी प्रोफैसर इंदर सिंह जी घग्गा, जिन्हां ने गुरमत ज्ञान मीडिया यूट्यूब चैनल के राही ये प्रोग्राम शुरू किया। तुहाडे सवाल ते इन्हां दे जवाब ते इस प्रोग्राम नूं तुसी बहुत ही वधिया हुंगारा दे रहे हो। तुहाडे फोन कॉल्स, तुहाडे मैसेज इस गल की गवाही भरदे ने। सो अज भी कुछ वीरां दे सवाल साडे कोल पहुंचे ने ते ਉਹ सवाल जो तुहाडे ने पर मैं जरिया बनी हाँ, मैं बापू जी तक पहुंचावांगी ते उन्हां तों जाणदे हां जी कि जवाब की ने। ते आओ प्रोग्रामां दा जिहड़ा सिलसिला है उहनूं शुरू करन तों पहलां आपां फतेह बुलाईए बापू जी दे नाल ते आप जी नूं भी सारिआं नूं। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। बापू जी आप जी का प्रोग्राम बहुत वधिया है। अज तक इहो जिहा उपराला होया ही नहीं सी। साडियां बहुत वड्डियां वड्डियां संस्थावां ने, सिखां दियां ऑर्गेनाइजेशनस ने ते बड़ी उन्हां दी जिहड़ा चढ़ावा चढ़दा है, उन्हां कोल फंडिंग बहुत आ, बिल्डिंगां दा वड्डियां वड्डियां दा घाटा नहीं, रिसोर्सिस दा घाटा नहीं, पर इहो जिहा उपराला करन दी उन्हां ने कदे सोचियो नहीं। धुरंतर विद्वान बड़े बैठे ने यूनिवर्सिटियां च, पर फिर भी उन्हां ने कदे ये उपराला ही नहीं कीता, सोचे ही नहीं कि असीं इस तरीके दे नाल ਜਿਹੜੇ ਸਾਡੇ ਆਮ ਲੋਕ ਨੇ, ਸੰਗਤ ਹੈ, ਉਹਨਾਂ ਦੇ ਜਿਹੜੇ ਮਨਾਂ ਦੇ ਵਿੱਚ ਸਵਾਲ ਨੇ ਤੇ ਉਹਨਾਂ ਬਾਰੇ ਵੀ ਕੁਝ ਜਾਣੀਏ ਜਾਂ ਉਹਨਾਂ ਦੀਆਂ ਗਲਤ ਫਹਿਮੀਆਂ ਨੇ ਜਿਹੜੀਆਂ ਉਹਨਾਂ ਨੂੰ ਦੂਰ ਕਰੀਏ, ਜਾਂ ਉਹ ਗੁਰਬਾਣੀ ਨੂੰ, ਇਤਿਹਾਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਨੇ ਅੱਜ ਦੇ ਸਮੇਂ ਦੇ ਵਿੱਚ, ਤੇ ਉਹਨਾਂ ਬਾਰੇ ਜਾਣ ਕੇ ਜਵਾਬ ਦਈਏ। ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ? ਮੇਰੇ ਇੱਕ ਘਟਨਾ ਯਾਦ ਆ ਗਈ ਹੈ। ਮੈਂ ਜਦੋਂ ਅਕਾਲ ਤਖਤ ਦੇ ਜਥੇਦਾਰ ਭਾਈ ਮਨਜੀਤ ਸਿੰਘ ਦੇ ਨਾਲ ਹੁੰਦਾ ਸੀ, ਉਦੋਂ ਧਰਮ ਪ੍ਰਚਾਰ ਕਮੇਟੀ ਦਾ ਮੀਤ ਸਕੱਤਰ ਭਾਈ ਹਰਬੇਅੰਤ ਸਿੰਘ ਸੀ। ਮੈਂ ਉਹਨਾਂ ਦੇ ਕੋਲੇ ਇੱਕ ਦਿਨ ਚਲਾ ਗਿਆ ਕਿ ਤੁਸੀਂ ਜਿਹੜਾ ਗੁਰਮਤ ਪ੍ਰਕਾਸ਼ ਰਿਸਾਲਾ ਹੈ, ਇਹਦੇ ਵਿੱਚ ਸਵਾਲ ਜਵਾਬ ਦਾ ਕਾਲਮ ਸ਼ੁਰੂ ਕਰੋ। ਉਹ ਕਹਿਣ ਲੱਗੇ ਅਸੀਂ ਨਹੀਂ ਕਰਾਂਗੇ, ਸਾਡੇ ਕੋਲੇ ਜਵਾਬ ਦੇਣ ਵਾਲੇ ਬੰਦੇ ਨਹੀਂ ਹੈਗੇ। ਮੈਂ ਕਿਹਾ ਜਵਾਬ ਮੈਂ ਦਿਆਂਗਾ, ਜੇ ਮੇਰੇ ਤੋਂ ਜਵਾਬ ਠੀਕ ਨਹੀਂ ਦਿੱਤਾ ਜਾਵੇਗਾ, ਜਥੇਦਾਰ ਤੋਂ ਜਾਂ ਹੋਰਨਾਂ ਵਿਦਵਾਨਾਂ ਤੋਂ ਮੈਂ ਸਲਾਹ ਲੈ ਕੇ ਜਵਾਬ ਦੇਵਾਂਗਾ। ਪਰ 1993-94 ਚ ਮੈਂ ਉਹਨਾਂ ਤੇ ਜ਼ੋਰ ਪਾਇਆ। ਜਦੋਂ ਮੈਂ ਨਾ ਹਟਿਆ, ਉਹ ਮੇਰੀ ਬਾਹ ਫੜ ਕੇ ਹਰਬੇਅੰਤ ਸਿੰਘ ਇੱਕ ਸਟੋਰ ਚ ਲੈ ਗਿਆ ਤੇ ਸਟੋਰ ਦੇ ਵਿੱਚ ਈਮੇਲ ਮਸ਼ੀਨਾਂ ਅਤੇ ਹੋਰ ਤਰ੍ਹਾਂ ਦੀਆਂ ਫੈਕਸ ਮਸ਼ੀਨਾਂ ਉਹ ਅੰਦਰ ਢੇਰ ਲੱਗਿਆ ਪਿਆ ਸੀ। ਮੈਂ ਪੁੱਛਿਆ ਮੈਨੂੰ ਇੱਥੇ ਕਾਹਦੇ ਵਾਸਤੇ ਲੈ ਕੇ ਆਏ ਹੋ? ਕਹਿੰਦਾ ਵੀਰ ਮੇਰਿਆ, ਸਵਾਲ ਜਵਾਬ ਦਾ ਕਾਲਮ ਅਸੀਂ ਪਹਿਲਾਂ ਵੀ ਸ਼ੁਰੂ ਕੀਤਾ ਸੀ। ਕੈਨੇਡਾ ਦੇ ਇੱਕ ਵੀਰ ਨੇ ਸਾਨੂੰ ਫੈਕਸ ਵਾਲੀ, ਈਮੇਲ ਵਾਲੀ ਤਰ੍ਹਾਂ ਦੀਆਂ ਮਸ਼ੀਨਾਂ ਵੀ ਦਿੱਤੀਆਂ ਸੀ, ਪਰ ਜਦੋਂ ਅਸੀਂ ਸਵਾਲ ਸ਼ੁਰੂ ਕੀਤੇ ਇੰਨੇ ਸਵਾਲ ਆ ਗਏ। ਪਹਿਲੀ ਗੱਲ ਤਾਂ ਇੰਨੇ ਬੰਦੇ ਜਵਾਬ ਦੇਣ ਵਾਸਤੇ ਐਕਸਪਰਟ ਹੈ ਨਹੀਂ ਸੀ। ਫਿਰ ਜਿਹੜੇ ਜਵਾਬ ਦਿੱਤੇ ਗਏ ਉਹਨਾਂ ਤੇ ਸੈਂਕੜੇ ਸਵਾਲ ਹੋਰ ਖੜੇ ਹੋ ਗਏ, ਕਿਉਂਕਿ ਜਵਾਬ ਠੀਕ ਨਹੀਂ ਦਿੱਤੇ ਗਏ ਸੀ। ਤੇ ਉਹਨਾਂ ਨੇ ਇੰਨਾ ਸ਼ੋਰ ਮਚਾਇਆ ਵੀ ਆਹ ਜਵਾਬ ਕੋਈ ਠੀਕ ਥੋੜਾ, ਕੋਈ ਚੱਜ ਦਾ ਜਵਾਬ ਦਿਓ। ਕਹਿੰਦਾ ਇਸੇ ਕਰਕੇ ਅਸੀਂ ਇਹ ਮਸ਼ੀਨ ਵਾਲਾ ਸਿਆਪਾ ਗਲੋਂ ਲਾ ਦਿੱਤਾ ਤੇ ਮਸ਼ੀਨਾਂ ਸਾਰੀਆਂ ਸਟੋਰ 'ਚ ਬੰਦ ਕਰਕੇ ਰੱਖ ਦਿੱਤੀਆਂ। ਸਾਡੇ ਕੋਲੇ ਸਵਾਲ ਜਵਾਬ ਦੇਣ ਵਾਲਾ ਕੋਈ ਬੰਦਾ ਐਕਸਪਰਟ ਨਹੀਂ ਹੈ, ਇਸ ਕਰਕੇ ਅਸੀਂ ਮਸ਼ੀਨਾਂ ਹੀ ਬੰਦ ਕਰ ਦਿੱਤੀਆਂ। ਇਹ ਸਿਆਪਾ ਸਾਤੋਂ ਨਹੀਂ ਹੁੰਦਾ, ਲੋਕਾਂ ਦੀਆਂ ਗਾਲਾਂ ਖਾਣੀਆਂ ਪੈਂਦੀਆਂ ਨੇ ਸਾਨੂੰ। ਤੇ ਉਹ ਬੰਦਾ ਅੱਜ ਕੱਲ੍ਹ ਰਿਟਾਇਰ ਹੋ ਗਿਆ। ਇੰਨੀ ਖਰੀ ਤੇ ਸੱਚੀ ਗੱਲ ਉਹਨੇ ਮੇਰੇ ਸਾਹਮਣੇ ਸੁਣਾ ਦਿੱਤੀ, ਕਿਉਂਕਿ ਉਹਨਾਂ ਕੋਲੇ ਵਿਦਵਾਨ ਨਹੀਂ ਹੈ ਤੇ ਇਸੇ ਕਰਕੇ ਆਪਾਂ ਥੱਲੇ ਢਹਿੰਦੀ ਕਲਾ ਵੱਲ ਨੂੰ ਜਾ ਰਹੇ ਹਾਂ। ਉਹ ਸਵਾਲ ਜਵਾਬ ਦਾ ਕਾਲਮ ਹੀ ਸ਼ੁਰੂ ਨਹੀਂ ਕਰ। ਸਾਡਾ ਬੇੜਾ ਇਉਂ ਗਰਕਿਆ ਧਰਮ ਦੇ ਨਾਂ ਤੇ ਜਿਹੜੀਆਂ ਤੁਸੀਂ ਕਿਤਾਬਾਂ ਦਾ ਨਾਂ ਰੱਖਿਆ, ਮੈਨੂੰ ਲੱਗਦਾ ਹੈ ਜਦੋਂ ਤੁਸੀਂ ਸੁਸਾਇਟੀ ਦੇ ਵਿੱਚ, ਸਮਾਜ 'ਚ ਵਿਚਰ ਕੇ ਸਾਡੀ ਇਹ ਹਾਲਤ ਦੇਖੀ ਹੈ, ਉਸੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਤੁਹਾਡੇ ਮਨ ਦੇ ਵਿੱਚ ਇਹ ਨਾਂ ਆਏ ਹੋਣਗੇ ਕਿ ਸੱਚਮੁੱਚ ਸਾਡਾ ਬੇੜਾ ਗਰਕ ਚੁੱਕਿਆ। ਕਿਉਂਕਿ ਜਦੋਂ ਇਹੋ ਜਿਹੀਆਂ ਸਿਚੁਏਸ਼ਨਸ ਤੁਹਾਡੇ ਸਾਹਮਣੇ ਆਈਆਂ ਨੇ, ਜਦੋਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਜਿਹੜੇ ਆਗੂ ਸੀਗੇ ਕਹਿੰਦੇ ਕਹਾਉਂਦੇ ਤੇ ਵੱਡੀਆਂ ਚੇਅਰਾਂ ਤੇ ਬੈਠੇ, ਜਦੋਂ ਉਹਨਾਂ ਕੋਲੋਂ ਏਦਾਂ ਮਾਯੂਸੀ ਤੁਹਾਨੂੰ ਮਿਲੀ ਹੈ, ਤਾਂ ਤੁਸੀਂ ਕਹਿਣੋਂ ਨਹੀਂ ਮੈਨੂੰ ਲੱਗਦਾ ਰਹਿ ਸਕੇ ਕਿ ਸਾਡਾ ਬੇੜਾ ਗਰਕ ਚੁੱਕੀ ਹੈ। ਪਰ ਬਾਪੂ ਜੀ ਤੁਹਾਡੇ ਤੇ ਮਾਣ ਹੈ ਕਿ ਤੁਸੀਂ 73-74 ਸਾਲਾਂ ਦੀ ਉਮਰ ਦੇ ਵਿੱਚ ਵੀ ਨੌਜਵਾਨਾਂ ਨੂੰ ਅਗਵਾਈ ਦੇ ਰਹੇ ਹੋ ਤੇ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਹੜਾ, ਉਹਦਾ ਭਰਪੂਰ ਫਾਇਦਾ ਲੈ ਰਹੇ ਹੋ। ਤੁਹਾਡੀ ਇਹ ਆਵਾਜ਼ ਬੜੇ ਲੰਬੇ ਸਮੇਂ ਤੱਕ ਇਹ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਕਿਤਾਬਾਂ ਤਾਂ ਤੁਹਾਡੀਆਂ ਹੈ ਹੀ ਹੈ ਲਿਖਤ ਰੂਪ ਦੇ ਵਿੱਚ, ਪਰ ਅੱਜ ਕਿਉਂਕਿ ਸਮਾਂ ਸੁਣਨ ਦਾ ਜ਼ਿਆਦਾ ਹੈ, ਦੇਖਣ ਦਾ, ਸੋ ਤੁਸੀਂ ਇਸ ਪਲੇਟਫਾਰਮ ਦਾ ਜੋ ਸਦਉਪਯੋਗ ਕਰ ਰਹੇ ਹੋ ਉਹਦੇ ਲਈ ਵਧਾਈ ਦੇ ਪਾਤਰ ਹੋ ਜੀ। ਤੇ ਆਪਾਂ ਆਪਣੇ ਸਵਾਲ ਸ਼ੁਰੂ ਕਰੀਏ। ਸਾਡੇ ਕੋਲ 435 ਨੰਬਰ ਇੱਕ ਸਵਾਲ ਆਇਆ ਬਾਪੂ ਜੀ ਤੁਹਾਡੇ ਲਈ। ਉਹ ਵੀਰ ਪੁੱਛਦੇ ਆ
ਕਹਿੰਦੇ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਧੁਰ ਤੋਂ ਲਿਖਿਆ ਹੁਕਮ ਹੋਣ ਬਾਰੇ ਦਰਸਾਇਆ ਗਿਆ ਹੈ। ਇਹ ਸਹੀ ਹੈ ਕਿ ਸਾਰਾ ਰੱਬ ਦਾ ਹੁਕਮ ਹੀ ਵਰਤਦਾ ਹੈ, ਫਿਰ ਮਨੁੱਖ ਦੇ ਯਤਨ ਕਿਸ ਕੰਮ ਨੇ? ਅਕਸਰ ਲੋਕ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਸਾਰਾ ਕੁਝ ਰੱਬੀ ਖੇਡ ਹੈ, ਚੰਗਾ ਬੁਰਾ ਉਸ ਵੱਲੋਂ ਹੀ ਕੀਤਾ ਜਾਂਦਾ ਹੈ, ਸਾਡੇ ਵੱਸ ਕੀ ਹੈ? ਸਾਡੀ ਕਿਸਮਤ ਵਿੱਚ ਹੀ ਲਿਖਿਆ ਸੀ। ਮਨੁੱਖ ਦਾ ਚੰਗਾ ਕਿਵੇਂ ਹੋ ਸਕਦਾ ਹੈ ਜੇ ਧੁਰ ਤੋਂ ਹੀ ਲਿਖਿਆ ਹੋਇਆ ਹੈ? ਮਨੁੱਖ ਦੇ ਨਾਮ ਲੈਣ ਦੇ ਫਿਰ ਜਿਹੜੇ ਯਤਨ ਨੇ ਉਹ ਕਿਸ ਕੰਮ ਨੇ? ਰਾਗ ਮਾਰੂ ਸੋਲੇ ਤੇ ਮਹੱਲਾ ਤੀਜਾ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਨੇ, ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਕੋਟ ਨ ਮਿਟੈ ਧੁਰ ਫਰਮਾਇਆ, ਸਤ ਸੰਗਤ ਮੈਂ ਤਿਨ ਹੀ ਵਾਸਾ, ਜਿਨ ਕੋ ਧੁਰ ਲਿਖ ਪਾਈ ਹੈ। ਸੋ ਇਹ ਸਵਾਲ ਹੈ ਉਹਨਾਂ ਦਾ, ਅਸੀਂ ਚਾਹੁੰਦੇ ਹਾਂ ਕਿ ਆਪ ਜੀ ਜਵਾਬ ਦਿਓ। ਪਹਿਲੀ ਗੱਲ ਤਾਂ ਜੋ ਕੁਦਰਤ ਦਾ ਨਿਯਮ ਹੈ, ਉਸ ਕੁਦਰਤ ਦੇ ਨਿਯਮ ਦੀ ਆਪਾਂ ਵਰਤੋਂ ਕਰਨੀ ਸਿੱਖ ਲਈਏ, ਉਹਦੇ ਨਾਲ ਤਾਂ ਅਸੀਂ ਬਹੁਤ ਸਾਰਾ ਲਾਹਾ ਲੈ ਸਕਦੇ ਹਾਂ, ਪਰ ਕੁਦਰਤ ਦੇ ਨਿਯਮ ਨੂੰ ਆਪਾਂ ਬਦਲ ਨਹੀਂ ਸਕਦੇ। ਮਿਸਾਲ ਦੇ ਤੌਰ ਤੇ ਸੂਰਜ ਨੇ ਕਿੰਨੇ ਵਜੇ ਚੜ੍ਹਨਾ ਹੈ, ਕਿੰਨਾ ਕੁ ਉਹਨੇ ਗਰਮੀ ਜਾਂ ਠੰਡ ਦੇਣੀ ਹੈ, ਸਾਡੇ ਤੋਂ ਕਿੰਨੀ ਕੁ ਦੂਰ ਹੈ ਤੇ ਕਿੰਨੇ ਵਜੇ ਉਹਨੇ ਛੁਪਣਾ ਹੈ, ਇਹ ਸਾਰਾ ਕੁਝ ਅਸੀਂ ਤਬਦੀਲ ਨਹੀਂ ਕਰ ਸਕਦੇ। ਸੂਰਜ ਦਾ ਆਪਣਾ ਸਿਸਟਮ ਹੈ, ਉਹਦੇ ਮੁਤਾਬਕ ਚੱਲ ਰਿਹਾ ਹੈ। ਇਸੇ ਤਰ੍ਹਾਂ ਜਿਹੜੀ ਧਰਤੀ ਦਾ ਕਿੰਨੀ ਸਪੀਡ ਹੈ, ਇਹਨੇ ਕਿੱਧਰ ਨੂੰ ਚੱਕਰ ਕੱਟਣਾ ਹੈ, ਇਹਦੇ ਵਿੱਚ ਅਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ। ਤਾਂ ਇਹ ਜਿਹੜਾ ਕੁਦਰਤ ਦੇ ਨਿਯਮ ਨੇ, ਇਹਨੂੰ ਸਮਝ ਲਈਏ। ਇੱਥੇ ਵਿਗਿਆਨੀਆਂ ਨੇ ਹਵਾ ਨੂੰ ਸਮਝ ਲਿਆ ਕਿ ਹਵਾ ਤੋਂ ਪਹਿਲਾਂ ਤਾਂ ਇਹ ਦੇਵਤਾ ਬਣਾ ਕੇ ਭਾਰਤ ਦੇ ਵਿੱਚ ਪੂਜੀ ਗਈ ਸੀ, ਪਰ ਵਿਗਿਆਨੀਆਂ ਨੇ ਇਸ ਹਵਾ ਨੂੰ ਪੈਟਰੋਲ ਡੀਜ਼ਲ ਦੇ ਨਾਲ ਇੰਜਣ ਦੇ ਵਿੱਚ ਫਿੱਟ ਕੀਤਾ। ਉਧਰੋਂ ਹਵਾ ਆਉਂਦੀ ਹੈ, ਉਧਰੋਂ ਪੈਟਰੋਲ ਆਉਂਦਾ ਹੈ, ਉਧਰੋਂ ਥੋੜੀ ਜਿਹੀ ਅੱਗ ਦਾ ਚੰਗਿਆੜਾ ਆਉਂਦਾ ਹੈ ਤੇ ਨਾਲ ਦੀ ਨਾਲ ਧਮਾਕਾ ਪੈਂਦਾ। ਇਹ ਧਮਾਕੇ ਲਗਾਤਾਰ ਪੈਂਦੇ ਨੇ। ਇਹਦੇ ਨਾਲ ਮੋਟਰਸਾਈਕਲ, ਕਾਰ, ਰੇਲ, ਹਵਾਈ ਜਹਾਜ਼ ਤੱਕ ਕਿੰਨੀ ਸਪੀਡ ਪਕੜਦੇ ਨੇ। ਇਹੋ ਹੀ ਹਵਾ ਸਾਡੇ ਕੰਮ ਆਉਣ ਲੱਗ ਪਈ ਤੇ ਅੱਗ ਸਾਡੇ ਇਸੇ ਤਰ੍ਹਾਂ ਕੰਮ ਆਉਣ ਲੱਗ ਪਈ। ਤੇ ਹਵਾ ਜਿਹੜੀ ਕਿ ਦੇਵਤਾ ਬਣੀ ਹੋਈ ਸੀ, ਇਹ ਟਾਇਰਾਂ ਦੇ ਵਿੱਚ, ਗੱਡੀਆਂ ਦੇ ਟਾਇਰਾਂ 'ਚ ਹਵਾ ਭਰ ਦਿੱਤੀ ਜਾਂਦੀ ਹੈ। 200-300 ਮਣ ਭਾਰ ਉਹ ਗੱਡੀ ਲੈ ਕੇ ਸੜਕਾਂ ਤੇ 100-150 ਕਿਲੋਮੀਟਰ ਦੀ ਸਪੀਡ ਤੇ ਦੌੜ ਰਹੀ ਹੈ। ਜਿਹੜਾ ਦੇਵਤਾ ਬਣਾ ਕੇ ਭਾਰਤ ਵਿੱਚ ਪੂਜਿਆ ਜਾ ਰਿਹਾ ਸੀ, ਉਹ ਖੋਤਾ ਬਣਾ ਕੇ ਸੜਕਾਂ ਤੇ ਦੌੜਾਇਆ ਜਾ ਰਿਹਾ ਤੇ ਵਧੀਆ ਕੰਮ ਦੇ ਰਹੀ ਹੈ ਹਵਾ। ਤੇ ਇਸੇ ਤਰ੍ਹਾਂ ਹਵਾ ਤੋਂ ਅਸੀਂ ਕੰਮ ਲੈਣ ਵਾਸਤੇ ਪਹਿਲਾਂ ਹੱਥਾਂ ਨਾਲ ਪੱਖੇ ਝੱਲਦੇ ਸੀ, ਫਿਰ ਛੱਤਾਂ ਵਾਲੇ ਜਾਂ ਟੇਬਲ ਫੈਨ ਬਣ ਗਏ, ਫਿਰ ਏਸੀ ਬਣ ਗਏ, ਕੂਲਰ ਬਣ ਗਏ, ਹੋਰ ਕਿੰਨਾ ਕੁਝ ਲਗਾਤਾਰ ਬਣਦਾ ਗਿਆ। ਹਵਾ ਦੀ ਬਦੌਲਤ ਇਹਦੀ ਵਰਤੋਂ ਕਰਕੇ ਬੇਅੰਤ ਭਾਰ ਚੁੱਕ ਕੇ ਹਵਾਈ ਜਹਾਜ਼ ਹਵਾ ਦੇ ਉੱਤੇ ਉੜਦਾ ਜਾਂਦਾ ਹੈ। ਇਹ ਵਿਗਿਆਨੀਆਂ ਨੇ ਹਵਾ ਦੀ ਵਰਤੋਂ ਕਰਨੀ ਸਿੱਖ ਲਈ। ਤੋਂ ਉਹਦੇ ਵਿੱਚ ਆਪਾਂ ਤਬਦੀਲੀ ਨਹੀਂ ਕਰ ਸਕਦੇ, ਉਹਨੂੰ ਆਪਾਂ ਵਰਤੋਂ ਕਰਨੀ ਸਿੱਖ ਸਕਦੇ ਹਾਂ। ਇਸੇ ਤਰ੍ਹਾਂ ਜਿਹੜੇ ਕੁਦਰਤ ਦੇ ਕਾਨੂੰਨ ਨੇ, ਕੁਦਰਤ ਦੇ ਨਿਯਮ ਨੇ, ਉਹਨਾਂ ਨੂੰ ਆਪਾਂ ਸਮਝੀਏ। ਉਹ ਧੁਰ ਤੋਂ ਲਿਖੇ ਹੋਏ ਨੇ। ਉਹਨਾਂ ਧੁਰ ਤੋਂ ਲਿਖੇ ਨਿਯਮਾਂ ਦੇ ਅਨੁਸਾਰ ਆਪਾਂ ਆਪਣੀ ਜ਼ਿੰਦਗੀ 'ਚ ਢਾਲਣਾ ਕਿ ਮੇਰਾ ਸਰੀਰ ਮੈਨੂੰ ਮਿਲਿਆ, ਇਹਨੂੰ ਮੈਂ ਲੰਬਾ ਜਾਂ ਮਧਰਾ ਤਾਂ ਨਹੀਂ ਕਰ ਸਕਦਾ, ਪਰ ਇਹਦੇ ਵਿੱਚ ਮੈਂ ਗਿਆਨ ਤਾਂ ਭਰ ਸਕਦਾ। ਗਿਆਨ ਦੇ ਨਾਲ ਮੈਂ ਆਪਣਾ ਵੀ ਭਲਾ ਕਰ ਸਕਾਂਗਾ, ਪਰਿਵਾਰ ਦਾ ਵੀ ਕਰ ਸਕਾਂਗਾ। ਹੋ ਸਕਦਾ ਹੈ ਜੇ ਮੇਰੇ ਕੋਲ ਵੱਧ ਅਕਲ ਹੈ, ਮੈਂ ਸਮਾਜ ਦਾ ਵੀ ਕੁਝ ਭਲਾ ਕਰ ਸਕਾਂ। ਉਹਨਾਂ ਨਿਯਮਾਂ ਨੂੰ ਸਮਝ ਕੇ ਸਾਡੇ ਸਾਧ ਸੰਤ ਤਾਂ ਨਾਮ ਜਪਾ ਰਹੇ ਨੇ, ਕਿਉਂਕਿ ਉਹਨਾਂ ਨੂੰ ਨਿਯਮਾਂ ਦਾ ਨਹੀਂ ਪਤਾ। ਤੇ ਵਿਗਿਆਨੀ ਨੇ ਸਾਨੂੰ ਅਨੇਕਾਂ ਸਹੂਲਤਾਂ ਦਿੰਦੇ ਨੇ। ਅੱਜ ਜੋ ਸਾਡੀ ਜ਼ਿੰਦਗੀ ਇੰਨੀ ਸੁਖੀ ਹੋਈ ਹੈ, ਉਹਨਾਂ ਨਿਯਮਾਂ ਨੂੰ ਸਮਝ ਕੇ ਵਿਗਿਆਨੀਆਂ ਨੇ ਲੋਕਾਂ ਵਾਸਤੇ ਸੁੱਖ ਸਹੂਲਤਾਂ ਪੈਦਾ ਕੀਤੀਆਂ ਨੇ। ਸੋ ਇਹ ਜਿਹੜਾ ਧੁਰ ਤੋਂ ਲਿਖਿਆ ਹੈ, ਇਹਦਾ ਮਤਲਬ ਹੈ ਕਿ ਕੁਦਰਤ ਦੇ ਨਿਯਮ ਨੂੰ ਆਪਾਂ ਬਦਲ ਤਾਂ ਨਹੀਂ ਸਕਦੇ, ਪਰ ਉਹਦੇ ਵਰਤਣ ਦਾ ਢੰਗ ਸਿੱਖ ਸਕਦੇ ਹਾਂ। ਇੱਕੋ ਮੈਂ ਇੱਥੇ ਗੱਲ ਦੱਸਾਂਗਾ ਜਿਹੜੀ ਕਿ ਵਿਗਿਆਨੀਆਂ ਨੇ ਸਿੱਧ ਕਰਕੇ ਦਿਖਾਈ। ਮੈਕਸੀਕੋ ਇੱਕ ਦੇਸ਼ ਹੈ, ਉਹਦੇ ਵਿੱਚ 3-4 ਮਹੀਨੇ ਇੱਕੋ ਪਾਸੇ ਲਗਾਤਾਰ ਬਹੁਤ ਤੇਜ਼ ਹਵਾ ਚੱਲਦੀ ਹੈ। ਫਿਰ 3-4 ਮਹੀਨਿਆਂ ਤੋਂ ਬਾਅਦ ਦੂਜੇ ਪਾਸੇ ਉਲਟ ਹਵਾ ਬਹੁਤ ਤੇਜ਼ ਚੱਲਦੀ ਹੈ। ਉੱਥੋਂ ਦੇ ਲੋਕਾਂ ਨੂੰ ਰੇਲਾਂ, ਬੱਸਾਂ, ਕਾਰਾਂ, ਜਿੱਧਰੋਂ ਹਵਾ ਆਉਂਦੀ ਹੈ ਉਧਰ ਲੈ ਕੇ ਜਾਣ ਵਾਸਤੇ ਬਹੁਤ ਮੁਸ਼ਕਲ ਆਉਂਦੀ ਸੀ। ਸਪੀਡ ਘਟਦੀ ਸੀ, ਤੇਲ ਦਾ ਖਰਚਾ ਬਹੁਤਾ ਆਉਂਦਾ ਸੀ, ਟਾਈਮ ਜ਼ਿਆਦਾ ਲੱਗਦਾ ਸੀ ਤੇ ਉਹਨਾਂ ਨਾਲ ਕੋਈ ਪੇਸ਼ ਨਾ ਗਈ ਤੇ ਕੀ ਕਰੀਏ। ਫਿਰ ਵਿਗਿਆਨੀਆਂ ਨੂੰ ਥਾਂ ਥਾਂ ਤੇ ਮੀਟਿੰਗਾਂ ਕਰਕੇ ਉਹਨਾਂ ਨੇ ਸਲਾਹ ਲਾਈ ਵੀ ਸਾਨੂੰ ਦੱਸੋ ਅਸੀਂ ਕੀ ਕਰੀਏ। ਉਹ ਕਹਿੰਦੇ ਪਹਿਲੀ ਗੱਲ ਤਾਂ ਆਪਣੇ ਦੇਸ਼ ਦੇ ਵਿੱਚ ਇਸ ਹਵਾ ਨਾਲ ਚੱਲਣ ਵਾਲੇ ਥਾਂ ਥਾਂ ਤੇ ਵੱਡੇ ਪੱਖੇ ਫਿੱਟ ਕਰ ਦਿਓ। ਤੁਹਾਨੂੰ ਬਿਜਲੀ ਦੀ ਜਿਹੜੀ ਘਾਟ ਹੈ ਉਹ ਕਦੀ ਮਹਿਸੂਸ ਨਹੀਂ ਹੋਵੇਗੀ, ਫ੍ਰੀ ਦੇ ਵਿੱਚ ਬਿਜਲੀ ਪੈਦਾ ਹੋਵੇਗੀ। ਇੱਕ ਤਾਂ ਮੈਕਸੀਕੋ ਵਾਲਿਆਂ ਨੇ ਇਹ ਕਰ ਲਿਆ। ਬਿਜਲੀ ਦਾ ਕੋਈ ਪਾਣੀ ਦਾ ਪ੍ਰੋਜੈਕਟ ਜਾਂ ਕੋਈ ਹੋਰ ਡੀਜ਼ਲ ਪੈਟਰੋਲ ਇੰਜਣ ਉਹਨਾਂ ਦੇ ਨਾਲ ਬਿਜਲੀ ਨਹੀਂ ਪੈਦਾ ਕਰਦੇ। ਬਹੁਤੀ ਬਿਜਲੀ ਮੈਂ ਜਰਮਨ 'ਚ ਵੀ ਵੇਖਿਆ, ਉਹ ਬਹੁਤੀ ਬਿਜਲੀ ਹਵਾ ਦੇ ਪੱਖਿਆਂ ਨਾਲ ਹੀ ਪੈਦਾ ਕਰ ਰਹੇ ਨੇ। ਮੈਕਸੀਕੋ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ।
ਤੇ ਫਿਰ ਅਗਲੀ ਗੱਲ ਉਹਨਾਂ ਨੇ ਆਖੀ ਕਿ ਜਦੋਂ ਹਵਾ ਪੂਰਬ ਵੱਲ ਜਾਂਦੀ ਹੈ ਤੁਸੀਂ ਬਹੁਤਾ ਸਮਾਨ ਢੋਆ ਢੁਆਈ ਦਾ ਉਦੋਂ ਪੂਰਬ ਵੱਲ ਜਾਇਆ ਕਰੋ, ਤੁਹਾਡਾ ਤੇਲ ਗੱਡੀਆਂ ਦਾ ਅੱਧਾ ਖਰਚਾ ਹੋਵੇਗਾ ਤੇ ਟਾਈਮ ਘੱਟ ਲੱਗੇਗਾ, ਉਦੋਂ ਫ੍ਰੀ ਦੇ ਵਿੱਚ ਸਮਾਨ ਤੁਹਾਡਾ ਪੂਰਬ ਵੱਲ ਲਗਾਤਾਰ ਜਾਂਦਾ ਰਹੇਗਾ। ਜਦੋਂ ਹਵਾ ਦਾ ਰੁਖ ਬਦਲ ਗਿਆ ਤੁਸੀਂ ਸਮਾਨ ਵਾਪਸ ਲਿਆਉਣਾ ਸ਼ੁਰੂ ਕਰ ਦਿਓ, ਫਿਰ ਵੀ ਤੁਹਾਡਾ ਅੱਧਾ ਖਰਚਾ ਹੋਵੇਗਾ ਤੇ ਛੇਤੀ ਤੁਸੀਂ ਵਾਪਸ ਆਓਗੇ। ਇਹ ਸਿਸਟਮ ਤੁਸੀਂ ਅਪਣਾ ਲਓਗੇ, ਫਿਰ ਤੁਹਾਨੂੰ ਬਹੁਤ ਸੌਖ ਰਹੇਗੀ। ਜੇ ਤੁਸੀਂ ਕੁਦਰਤ ਨਾਲ ਟੱਕਰ ਲੈਂਦੇ ਰਹੋਗੇ, ਜਿੱਧਰੋਂ ਹਵਾ ਆਉਂਦੀ ਹੈ ਉਧਰ ਜਾਣ ਦਾ ਯਤਨ ਕਰੋਗੇ, ਤੁਹਾਡਾ ਤੇਲ ਪੈਟਰੋਲ ਅਤੇ ਸਮਾਂ ਬਹੁਤ ਬਰਬਾਦ ਹੋਵੇਗਾ, ਪ੍ਰਾਪਤੀ ਕੋਈ ਨਹੀਂ ਹੋਣੀ। ਇਹ ਹਵਾ ਨੇ ਤੁਹਾਡੇ ਆਖੇ ਬਦਲਣਾ ਕੋਈ ਨਹੀਂ, ਇਹ ਤਾਂ ਐਵੇਂ ਹੀ ਚੱਲੇਗੀ, ਪਰ ਤੁਸੀਂ ਆਪਣੇ ਆਪ ਨੂੰ ਬਦਲ ਲਓ ਕਿ ਅਸੀਂ ਇਹਦਾ ਫਾਇਦਾ ਕਿਵੇਂ ਉਠਾਉਣਾ ਹੈ। ਤੋ ਇਸ ਤਰ੍ਹਾਂ ਇਹ ਜਿਹੜੇ ਨਿਯਮ ਨੇ ਇਹਨਾਂ ਨੂੰ ਆਪਾਂ ਸਮਝ ਲਈਏ, ਜਿਹੜਾ ਧੁਰ ਤੋਂ ਲਿਖਿਆ ਸਾਡੇ ਅੰਦਰ ਇਹ ਗਿਆਨ ਇਹ ਅਕਲ ਆ ਜਾਵੇ। ਗੁਰੂ ਸਾਹਿਬ ਨੇ ਸਾਨੂੰ ਅਕਲਮੰਦ ਬਣਾਉਣ ਦਾ ਉਹ ਤਰੀਕੇ ਦੱਸੇ ਨੇ। ਜਦੋਂ ਅਸੀਂ ਅਕਲਮੰਦ ਬਣ ਗਏ ਤਾਂ ਕੋਈ ਵੀ ਮੁਸ਼ਕਲ ਰੁਕਾਵਟ ਆਉਂਦੀ ਹੈ ਉਹਨੂੰ ਦੂਰ ਕਰਨ ਦੇ ਢੰਗ ਤਰੀਕੇ ਸਾਧਨ ਅਸੀਂ ਪੈਦਾ ਕਰ ਸਕਾਂਗੇ ਜੇ ਅਕਲਮੰਦ ਹੋਵਾਂਗੇ ਤਾਂ। ਤੇ ਸਾਡੇ ਪਛੜਨ ਦਾ ਸਭ ਤੋਂ ਜ਼ਿਆਦਾ ਕਾਰਨ ਇਹੀ ਹੈ ਕਿ ਅਸੀਂ ਅਕਲਮੰਦ ਨਹੀਂ ਬਣ ਸਕੇ। ਕੇਵਲ ਹੱਥ ਬੰਨ ਕੇ ਰੱਬ ਅੱਗੇ ਬੇਨਤੀਆਂ ਕਰੀ ਜਾਂਦੇ ਆ, ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰ ਦੇ। ਸੱਚੇ ਪਾਤਸ਼ਾਹ ਉੱਪਰ ਬੈਠਾ ਹੱਸਦਾ ਹੋਵੇਗਾ, ਮੈਂ ਤਾਂ ਕਿਰਪਾ ਕੀਤੀ ਪਈ ਹੈ, ਇਹਨੂੰ ਕਿਰਪਾ ਦਾ ਫਾਇਦਾ ਨਹੀਂ ਉਠਾਉਣਾ ਆ ਰਿਹਾ। ਉਹ ਭਲਿਓ ਲੋਕੋ ਤੁਸੀਂ ਫਾਇਦਾ ਉਠਾਉਣਾ ਸਿੱਖ ਲਓ। ਵਾਹ ਜੀ ਵਾਹ, ਬਹੁਤ ਵਧੀਆ ਬਾਪੂ ਜੀ। ਹੁਣ ਆਪਾਂ ਅਗਲਾ ਸਵਾਲ ਆਪ ਜੀ ਦੇ ਅੱਗੇ ਰੱਖਣ ਜਾ ਰਹੇ ਹਾਂ। ਇਹ ਸਵਾਲ ਹੈਗਾ ਕਿ ਇੱਕ ਸਾਡੇ ਸਤਿਕਾਰਯੋਗ ਵੀਰ ਜੀ ਨੇ ਪੁੱਛਿਆ ਕਿ ਇੱਕ ਵਿਅਕਤੀ ਨੇ ਨਾ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਬਾਰੇ ਗੱਲ ਕਰਨ ਤੇ ਬੜਾ ਗੁੱਸਾ ਜਤਾਇਆ ਤੇ ਸਵਾਲ ਕੀਤਾ ਕਿ ਕੀ ਡੇਰਾਬਾਦੀਆਂ ਬਾਰੇ ਤੁਸੀਂ ਇਹ ਸਾਰਾ ਕੁਝ ਕਿਉਂ ਕਹਿੰਦੇ ਹੋ, ਜਦੋਂ ਕਿ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਦੇ ਮਹਾਪੁਰਸ਼ਾਂ ਬਾਰੇ ਤੁਸੀਂ ਸ਼ਰਧਾ ਤੋੜਦੇ ਹੋ, ਉਹਨਾਂ ਦੇ ਪਾਏ ਯੋਗਦਾਨ ਬਾਰੇ ਉਹ ਕਹਿੰਦੇ ਕਿ ਆਪ ਜੀ ਦੱਸਣ ਦੀ ਖੇਚਲ ਕਰੋ ਕਿ ਉਹਨਾਂ ਦਾ ਕਿੰਨਾ ਕੁ ਉਸਾਰੂ ਯੋਗਦਾਨ ਹੈ ਜਿਹੜੇ ਡੇਰਾਬਾਦੀ ਨੇ ਜਾਂ ਜਿਹੜੇ ਸੰਪਰਦਾਇ ਨੇ। ਤੇ ਕਿਉਂਕਿ ਗਿਣਤੀ ਉਹਨਾਂ ਦੀ ਬਹੁਤ ਹੈ, ਸ਼ਰਧਾਲੂਆਂ ਦਾ ਵੀ ਘੱਟ ਹੈ ਕੋਈ ਨਹੀਂ, ਪਰ ਉਹਨਾਂ ਦਾ ਯੋਗਦਾਨ ਕੀ ਹੈ? ਹਾਂਜੀ, ਭਾਈ ਰਣਧੀਰ ਸਿੰਘ ਇੱਕ ਜਿਹੜੇ ਸਾਡੇ ਬਾਗੀ ਹਥਿਆਰਬੰਦ ਲੜਾਈ ਲੜਨ ਵਾਲੇ ਸਿੱਖ ਨੌਜਵਾਨ ਸੀ। ਭਾਈ ਰਣਧੀਰ ਸਿੰਘ ਤਹਿਸੀਲਦਾਰ ਵਰਗੀ ਇੱਕ ਸਤਿਕਾਰਯੋਗ ਵਧੀਆ ਪੋਸਟ ਤੇ ਲੱਗਿਆ ਹੋਇਆ ਸੀ। ਉਸ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਇਹ ਊਧਮ ਸਿੰਘ, ਭਗਤ ਸਿੰਘ ਅਤੇ ਜਿਹੜੇ ਹੋਰ ਸਾਡੇ ਕਰਤਾਰ ਸਿੰਘ ਸਰਾਭਾ ਆਦਿਕ ਉਹਨਾਂ ਦੇ ਨਾਲ ਰਲ ਕੇ ਹਥਿਆਰਬੰਦ ਲੜਾਈ ਅੰਗਰੇਜ਼ਾਂ ਦੇ ਵਿਰੁੱਧ ਲੜਨ ਦਾ ਇਹਨਾਂ ਨੇ ਪ੍ਰੋਗਰਾਮ ਬਣਾ ਲਿਆ ਤੇ ਇਹਨਾਂ ਨੇ ਹਥਿਆਰ ਵੀ ਇਕੱਠੇ ਕਰ ਲਏ, ਤਰੀਕ ਵੀ ਨਿਸ਼ਚਿਤ ਕਰ ਲਈ ਕਿ ਇਸ ਤਰੀਕ ਨੂੰ ਸਾਰੇ ਇਕੱਠੇ ਹੋ ਕੇ ਜਿਹੜੇ ਸਾਡੇ ਆਲੇ ਦੁਆਲੇ ਫੌਜੀ ਨੇ ਉਹਨਾਂ ਦੇ ਉੱਤੇ ਹਮਲਾ ਕਰਾਂਗੇ, ਹਥਿਆਰ ਖੋਵਾਂਗੇ ਤੇ ਫਿਰ ਅਸੀਂ ਵੱਡੀ ਲੜਾਈ ਲੜਾਂਗੇ। ਪਰ ਇਹਨਾਂ ਦੇ ਵਿੱਚੋਂ ਕਿਸੇ ਚੁਗਲ ਬੰਦੇ ਨੇ ਉਹ ਪਹਿਲਾਂ ਖਬਰ ਪਹੁੰਚਾ ਦਿੱਤੀ। ਇਹਨਾਂ ਦੀ ਇਹ ਬਗਾਵਤ ਕਾਮਯਾਬ ਨਹੀਂ ਹੋ ਸਕੀ, ਇਹਨਾਂ ਨੂੰ ਪਹਿਲਾਂ ਹੀ ਥਾਂ ਥਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਭਾਈ ਰਣਧੀਰ ਸਿੰਘ ਅਤੇ ਹੋਰ ਸੰਗੀ ਸਾਥੀ ਜੇਲ੍ਹ ਚਲੇ ਗਏ। 16 ਸਾਲ ਭਾਈ ਰਣਧੀਰ ਸਿੰਘ ਜੇਲ੍ਹ 'ਚ ਰਿਹਾ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰੇ ਭੈਣਾਂ ਭਾਈਆਂ ਨੂੰ। ਭਾਈ ਰਣਧੀਰ ਸਿੰਘ ਨੇ ਜੇਲ੍ਹ ਚਿੱਠੀਆਂ ਦੇ ਵਿੱਚ ਆਪਣਾ ਜੀਵਨ ਜੇਲ੍ਹ ਵਾਲਾ ਆਪ ਬਿਆਨ ਕੀਤਾ। ਉਹਦੇ ਵਿੱਚੋਂ ਪੜ੍ਹ ਲਓਗੇ ਕਿ ਭਾਈ ਰਣਧੀਰ ਸਿੰਘ ਕਹਿੰਦਾ ਕਿ ਜੇਲ੍ਹ ਦੇ ਵਿੱਚ ਮੈਨੂੰ ਵੱਡੇ ਵੱਡੇ ਪੁਲਿਸ ਦੇ ਅਤੇ ਸਰਕਾਰੀ ਹੋਰ ਅਫਸਰ ਉਹ ਮਿਲਣ ਵਾਸਤੇ ਆਉਂਦੇ ਸੀ। ਭਲਾ ਕੈਦੀਆਂ ਨੂੰ ਵੱਡੇ ਅਫਸਰ ਜੇਲ੍ਹ ਦੇ ਅੰਦਰ ਮਿਲਣ ਵਾਸਤੇ ਕਿਉਂ ਆਉਂਦੇ ਸੀ, ਸੋਚਣ ਵਾਲੀ ਗੱਲ ਹੈ। ਤੇ ਫਿਰ ਵੱਡੇ ਵੱਡੇ ਪਾਦਰੀ ਭਾਈ ਰਣਧੀਰ ਸਿੰਘ ਨੂੰ ਮਿਲਣ ਵਾਸਤੇ ਜੇਲ੍ਹ ਚ ਆਉਂਦੇ ਸੀ। ਪਾਦਰੀਆਂ ਨੂੰ ਕੀ ਲੋੜ ਪਈ ਸੀ ਉਹ ਜੇਲ੍ਹ ਚ ਆ ਕੇ ਭਾਈ ਰਣਧੀਰ ਸਿੰਘ ਨੂੰ ਮਿਲਦੇ। ਖੈਰ ਇਹ ਆਪ ਇਹਨੇ ਮੰਨਿਆ ਹੋਇਆ। ਤੇ ਫਿਰ ਭਾਈ ਰਣਧੀਰ ਸਿੰਘ ਨੇ ਅੰਦਰ ਜੇਲ੍ਹ ਦੇ ਇਹ ਐਲਾਨ ਕੀਤਾ ਕਿ ਮੈਂ ਇਹਨਾਂ ਲੋਕਾਂ ਦੀ ਪਕਾਈ ਰੋਟੀ ਨਹੀਂ ਖਾਵਾਂਗਾ, ਜੇਲ੍ਹ ਵੱਲੋਂ ਮਿਲਦਾ ਦੁੱਧ ਮੈਂ ਨਹੀਂ ਪੀਵਾਂਗਾ। ਰੋਟੀ ਆਪ ਪਕਾਉਣੀ ਸ਼ੁਰੂ ਕਰ ਲਈ, ਉਹ ਵੀ ਇਜਾਜ਼ਤ ਜੇਲ੍ਹ ਵਾਲਿਆਂ ਨੇ ਦੇ ਦਿੱਤੀ। ਇਹ ਕਿਉਂ ਦਿੱਤੀ ਜੇਲ੍ਹ 'ਚ ਇਜਾਜ਼ਤ? ਫਿਰ ਇੱਕ ਮੱਝ, ਦੇਖੋ ਗਾਂਧੀ ਨੇ ਤਾਂ ਇੱਕ ਬੱਕਰੀ ਰੱਖੀ ਸੀ ਜੇਲ੍ਹ ਦੇ ਵਿੱਚ ਤੇ ਭਾਈ ਰਣਧੀਰ ਸਿੰਘ ਨੇ ਮੱਝ ਜੇਲ੍ਹ ਦੇ ਵਿੱਚ ਰੱਖ ਲਈ। ਤੇ ਉਹ ਮੱਝ ਜੇਲ੍ਹ ਦੇ ਵਿੱਚ ਰੱਖਣ ਦੀ ਇਜਾਜ਼ਤ ਗੋਰਿਆਂ ਨੇ ਕਿਉਂ ਦਿੱਤੀ ਆਪਣੇ ਨਿਯਮਾਂ ਨੂੰ ਤੋੜ ਕੇ? ਤੇ ਫਿਰ ਜਦੋਂ ਭਾਈ ਰਣਧੀਰ ਸਿੰਘ 1931 ਦੇ ਵਿੱਚ ਜੇਲ੍ਹ ਚੋਂ ਰਿਹਾ ਹੋਇਆ, 1931 ਤੋਂ ਲੈ ਕੇ 1947 ਤੱਕ ਤਕਰੀਬਨ 17-18 ਸਾਲ ਤੱਕ ਅੰਗਰੇਜ਼ਾਂ ਦੇ ਵਿਰੁੱਧ ਪਹਿਲਾਂ ਹਥਿਆਰਬੰਦ ਲੜਾਈ ਲੜਨ ਨੂੰ ਤਿਆਰ ਬਰ ਤਿਆਰ ਸੀ ਤੇ ਫਿਰ 18 ਸਾਲਾਂ ਦੇ ਵਿੱਚ ਇੱਕ ਵੀ ਅੱਖਰ ਸਰਕਾਰ ਦੇ ਵਿਰੁੱਧ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਬੋਲ ਸਕਿਆ।
ਢੋਲਕੀ ਗਲ ਚ ਪਾ ਕੇ, ਬਾਜਾ ਗਲ ਚ ਪਾ ਕੇ ਥਾਂ ਥਾਂ ਤੇ ਕੀਰਤਨ ਕਰਨਾ ਸ਼ੁਰੂ ਕਰਤਾ ਕਿ ਨਾਮ ਸਿਮਰਨ ਕਰੋ, ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਤੁਹਾਡੇ ਸਾਰੇ ਕਾਰਜ ਸੰਵਾਰ ਦੇਵੇਗਾ। ਤਾਂ ਇੱਥੇ ਸਵਾਲ ਪੈਦਾ ਹੁੰਦਾ ਹੈ, ਜੇ ਵਾਹਿਗੁਰੂ ਨੇ ਸਾਰੇ ਕਾਰਜ ਸੰਵਾਰਨੇ ਹੁੰਦੇ ਤਾਂ ਗੁਰੂ ਸਾਹਿਬ ਨੂੰ ਇੰਨੀਆਂ ਮੁਸੀਬਤਾਂ ਝੱਲਣ ਦੀ ਕੀ ਲੋੜ ਸੀ, ਸ਼ਹੀਦੀਆਂ ਪਾਉਣ ਦੀ ਕੀ ਲੋੜ ਸੀ, ਤੇ 100 ਸਾਲ ਤੱਕ ਮਿਸਲਾਂ ਦੇ ਸਮੇਂ ਸਿੱਖਾਂ ਨੂੰ ਜੰਗ ਯੁੱਧ ਲੜਨ ਦੀ ਕੀ ਲੋੜ ਸੀ। ਕਿਤੇ ਕਾਮਾਗਾਟਾ ਮਾਰੂ ਵਾਲੇ, ਕਿਤੇ ਹੋਰ ਬਾਗੀ ਸਿੰਘ, ਉਹਨਾਂ ਨੂੰ ਹਥਿਆਰ ਚੁੱਕਣ ਦੀ ਕੀ ਲੋੜ ਸੀ। ਤੇ ਅੰਗਰੇਜ਼ਾਂ ਦੇ ਵਿਰੁੱਧ ਮਜਾਰੇ ਭਾਵੇਂ ਸ਼ਾਂਤਮਈ ਸੀ, ਭਾਵੇਂ ਹਥਿਆਰਬੰਦ ਸੀ, ਉਹਨਾਂ ਨੂੰ ਮਜਾਰੇ ਅਤੇ ਜੰਗ ਲੜਨ ਦੀ ਕੀ ਲੋੜ ਸੀ। ਭਾਈ ਰਣਧੀਰ ਸਿੰਘ ਨੇ 17-18 ਸਾਲ ਮੁੜ ਕੇ ਇੱਕ ਵਾਰੀ ਵੀ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜਨੀ ਤਾਂ ਕਿਤੇ ਰਹੀ, ਬਲਕਿ ਬਿਆਨ ਤੱਕ ਨਹੀਂ ਦਿੱਤਾ। ਤੇ ਅੱਜ ਤੱਕ ਵੀ ਉਹਨਾਂ ਦੇ ਭਰਾ ਉਸੇ ਲਾਈਨ ਤੇ ਖੜੇ ਨੇ, ਉਹ ਕੇਵਲ ਵਾਹਿਗੁਰੂ 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 ਇਹ ਵੀ ਕਹਿੰਦੇ ਨੇ, ਸਟੇਜਾਂ ਦੇ ਉੱਤੇ ਏਦਾਂ ਕਰਦੇ ਨੇ ਲਗਾਤਾਰ। ਤੇ ਉਹ ਸਦਾ ਸਿਰਫ ਕੀਰਤਨ ਨੂੰ ਮਹੱਤਤਾ ਦਿੰਦੇ ਨੇ, ਬਾਕੀ ਸੁੱਚ ਭਿੱਟ, ਇੱਕ ਲੋਹੇ ਦੇ ਭਾਂਡੇ ਤੇ ਵੱਖਰੀ ਮਰਿਆਦਾ, ਇਹ ਸਾਰੀਆਂ ਗੱਲਾਂ ਦੇ ਵਿੱਚ ਉਲਝਾ ਦਿੱਤਾ। ਸਮਾਜ ਦੇ ਭਲੇ ਵਾਸਤੇ ਆਜ਼ਾਦੀ ਦੀ ਲੜਾਈ, ਜਿਹਨੂੰ ਕਿ ਬਹੁਤ ਸਾਰੇ ਸਿੱਖ ਕਹਿੰਦੇ ਨੇ ਅੱਜ ਵੀ ਅਸੀਂ ਗੁਲਾਮ ਆ, ਭਾਵੇਂ ਮਾਨਸਿਕ ਤੌਰ ਤੇ ਭਾਵੇਂ ਰਾਜਨੀਤਿਕ ਤੌਰ ਤੇ ਅੱਜ ਵੀ ਉਸ ਗੁਲਾਮੀ ਨੂੰ ਤੋੜਨ ਵਾਸਤੇ ਰਣਧੀਰ ਸਿੰਘ ਦੇ ਜਥੇ ਵਾਲਾ ਕੋਈ ਬੰਦਾ ਨਹੀਂ ਬੋਲਦਾ। ਕੇਵਲ ਨਾਮ ਸਿਮਰਨ ਕਰਨੇ, ਬਾਣੀ ਪੜ੍ਹਨੀ, ਪਾਠ ਕਰਨੇ, ਇਹ ਸਾਰਾ ਕੁਝ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੋਇਆ। ਮੈਂ ਇਹਨਾਂ ਦੀਆਂ ਕਿਤਾਬਾਂ ਪੜ੍ਹ ਲਈਆਂ ਨੇ। ਅਣਡਿੱਠੀ ਦੁਨੀਆ ਦੇ ਵਿੱਚ ਅਜਿਹਾ ਝੂਠ ਲਿਖਿਆ ਹੋਇਆ ਹੈ। ਮੈਂ ਉਹਨਾਂ ਥਾਵਾਂ ਤੇ ਵੀ ਜਾ ਕੇ ਵੇਖਿਆ ਆ ਜਿੱਥੇ ਇਹਨਾਂ ਨੇ ਕਿਹਾ ਕਿ ਉੱਥੇ ਭੂਤ ਪ੍ਰੇਤ ਆਉਂਦੇ ਸੀ, ਸਿੰਘਾਂ ਨੇ ਅਖੰਡ ਪਾਠ ਕੀਤਾ, ਉਹ ਇੱਕ ਭੂਤ ਪ੍ਰੇਤ ਦੀ ਮੁਕਤੀ ਹੋ ਗਈ, ਅਖੰਡ ਪਾਠ ਵਾਲਾ, ਤੇ ਉਹਨੇ ਸੁਣਿਆ ਤੇ ਕੜਾਹ ਪ੍ਰਸ਼ਾਦ ਖਾ ਕੇ ਭੂਤ ਚਲਾ ਗਿਆ, ਉਹਦੀ ਮੁਕਤੀ ਹੋ ਗਈ। ਇਹ ਕੁਝ ਵੀ ਇਹਨਾਂ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ ਅਣਡਿੱਠੀ ਦੁਨੀਆ ਤੇ ਹੋਰਾਂ 'ਚ ਮੌਜੂਦ ਪਿਆ। ਸੋ ਉਹ ਸਮਾਂ ਬਿਹਾਜ ਦੀਆਂ ਗੱਲਾਂ ਨੇ, ਇਹ ਅੱਜ ਸਾਡੇ ਕਿਸੇ ਕੰਮ ਨਹੀਂ ਆਉਂਦੀਆਂ। ਅੱਜ ਅਸੀਂ ਜਿਹੜਾ ਹੁਣ ਸਾਡੀ ਜ਼ਿੰਦਗੀ ਦੀਆਂ ਲੋੜਾਂ ਨੇ, ਜਿਹੜੀਆਂ ਸਾਡੀ ਜ਼ਿੰਦਗੀ 'ਚ ਰੁਕਾਵਟਾਂ ਨੇ, ਜਿਹੜੀਆਂ ਕਮਜ਼ੋਰੀਆਂ ਨੇ, ਉਹਨਾਂ ਨੂੰ ਦੂਰ ਕਰੀਏ, ਅੱਜ ਦੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਆਪਣਾ ਯੋਗਦਾਨ ਪਾਈਏ। ਇਹ ਇੱਕ ਭਾਈ ਰਣਧੀਰ ਸਿੰਘ ਦਾ ਜਿਹੜਾ ਜਥਾ ਹੈ, ਇੱਕ ਡੇਰੇ ਦਾ ਰੂਪ ਧਾਰਨ ਕਰ ਗਿਆ। ਇਹਨਾਂ ਡੇਰੇਦਾਰਾਂ ਨੂੰ ਡੇਰਾਦਾਰੀ ਛੱਡ ਕੇ ਸਿੱਧਾ ਸਿੱਖ ਪੰਥ ਦੇ ਵਿੱਚ ਸ਼ਾਮਲ ਹੋ ਕੇ ਸਾਂਝੇ ਤੌਰ ਤੇ ਹਮਲਾ ਮਾਰਨਾ ਚਾਹੀਦਾ ਸੀ, ਵੱਖਰੀ ਆਪਣੀ ਡਫਲੀ ਨਹੀਂ ਵਜਾਉਣੀ ਚਾਹੀਦੀ ਸੀ। ਇਸ ਤਰ੍ਹਾਂ ਤਾਂ ਕਿੰਨੇ ਸਾਰੇ ਡੇਰੇਦਾਰ, ਟਕਸਾਲਾਂ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਕਿੰਨੇ ਸਾਰੇ ਹੋ ਗਏ, ਤਾਂ ਸਿੱਖਾਂ ਦੇ ਵਿੱਚ ਪਾਟੋ ਧਾਲ ਹੋ ਕੇ ਪੂਰੀ ਤਰ੍ਹਾਂ ਇੱਕ ਤਰ੍ਹਾਂ ਦੀ ਕਮਜ਼ੋਰੀ ਆ ਗਈ। ਅਸੀਂ ਕੋਈ ਮੰਗ ਮਨਾਉਣ ਜੋਗੇ ਵੀ ਨਹੀਂ ਰਹੇ। ਗਿਆਨ ਤੋਂ ਵੀ ਸਖਣੇ, ਤਾਕਤ ਤੋਂ ਵੀ ਸਖਣੇ, ਵਿਦਿਆ ਤੋਂ ਵੀ ਸਖਣੇ, ਸਾਰੇ ਪਾਸਿਓਂ ਅਸੀਂ ਬਹੁਤ ਥੱਲੇ ਚਲੇ ਗਏ। ਅਸੀਂ ਤਾਂ ਗੁਰਬਾਣੀ ਤੋਂ ਵੀ ਤਕਰੀਬਨ ਸਖਣੇ ਹੋ ਗਏ। ਇਹਨਾਂ ਗੱਲਾਂ ਵੱਲ ਬਹੁਤ ਸੋਚਣ ਦੀ, ਵਿਚਾਰ ਕਰਨ ਦੀ ਲੋੜ ਹੈ। ਬਹੁਤ ਧੰਨਵਾਦ ਜੀ। ਉਮੀਦ ਹੈ ਸਾਡੇ ਇਹ ਸਤਿਕਾਰਯੋਗ ਵੀਰ ਜੀ ਸਮਝ ਗਏ ਹੋਣਗੇ ਕਿ ਡੇਰੇਦਾਰ ਨੇ ਜਿਹੜੇ, ਉਹਨਾਂ ਦੀ ਕੀ ਦੇਣ ਹੈ ਸਾਡੀ ਸੁਸਾਇਟੀ ਨੂੰ। ਇੱਕ ਅਗਲਾ ਕੁਐਸਚਨ ਮੈਂ ਤੁਹਾਡੇ ਅੱਗੇ ਰੱਖਣ ਲੱਗੀ ਹਾਂ। ਇਹ 433 ਨੰਬਰ ਸਵਾਲ ਹੈ। ਸੋ ਭਾਈ ਦੇਸਾ ਸਿੰਘ ਜੀ ਪਿੰਡ ਖੋਜਕੀਪੁਰ, ਜ਼ਿਲ੍ਹਾ ਤਰਨਤਾਰਨ ਤੋਂ ਇਹ ਸਵਾਲ ਕਰ ਰਹੇ ਨੇ। ਉਹ ਕਹਿੰਦੇ ਮੇਰਾ ਸਵਾਲ ਹੈ, ਗੁਰਬਾਣੀ ਬਹੁਤ ਵਾਰ ਦੱਸਦੀ ਹੈ ਕਿ ਜੈਸਾ ਕੀਚੈ ਤੈਸੋ ਪਾਈਐ, ਜਾਂ ਜੈਸਾ ਬੀਜੇ ਸੋ ਲੁਣੇ, ਜਾਂ ਜੋ ਮੈਂ ਕੀਆ ਸੋ ਮੈਂ ਪਾਇਆ। ਪਰ ਬਹੁਤ ਥਾਵੇਂ ਇਸ ਤਰ੍ਹਾਂ ਵੀ ਹੈ ਕਿ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਜਾਂ ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ, ਜਾਂ ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਵਿਰੋਧਾਭਾਸ ਕਿਉਂ ਹੈ ਗੁਰਬਾਣੀ 'ਚ? ਗੁਰੂ ਜੀ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਨੇ? ਸਾਨੂੰ ਪ੍ਰੋਫੈਸਰ ਸਾਹਿਬ ਇਹ ਚੰਗੀ ਤਰ੍ਹਾਂ ਆਪ ਜੀ ਸਪਸ਼ਟ ਕਰੋ। ਸਾਨੂੰ ਪਤਾ ਨਹੀਂ ਲੱਗਦਾ ਕਿ ਇੱਕ ਥਾਂ ਕੁਝ ਹੋਰ ਲਿਖਿਆ ਹੈ ਤੇ ਦੂਜੀ ਥਾਂ ਕੁਝ ਹੋਰ ਲਿਖਿਆ ਹੈ। ਸਾਨੂੰ ਏਦਾਂ ਲੱਗਦਾ ਗੁਰਬਾਣੀ ਜਿਵੇਂ ਉਹਦੇ ਸ਼ਬਦ ਨੇ ਨਾ, ਇੱਕ ਦੂਜੇ ਨੂੰ ਕੱਟ ਰਹੇ ਨੇ, ਤੇ ਜਿਹੜਾ ਬੰਦਾ ਕਥਾਵਾਚਕ ਹੈ ਉਹ ਆਪਣੀ ਮਰਜ਼ੀ ਮੁਤਾਬਕ ਜਿਹੜੀਆਂ ਪੰਕਤੀਆਂ ਉਹਦੇ ਮੁਤਾਬਕ ਉਸ ਵੇਲੇ ਜਿਹੜਾ ਉਹਨੇ ਵਿਸ਼ਾ ਚੁਣਿਆ ਹੁੰਦਾ ਹੈ ਉਹਦੇ ਮੁਤਾਬਕ ਲੈ ਕੇ ਉਹਨਾਂ ਦੀ ਅਰਥ ਕਰਨਾ ਸ਼ੁਰੂ ਕਰ ਦਿੰਦਾ ਹੈ, ਕਥਾ ਕਰਨੀ ਸ਼ੁਰੂ ਕਰ ਦਿੰਦਾ ਹੈ। ਦੂਜਾ ਆਉਂਦਾ ਹੈ ਤਾਂ ਉਹ ਦੂਜੀਆਂ ਪੰਕਤੀਆਂ ਲੈ ਕੇ ਅਰਥ ਕਰਨੇ ਸ਼ੁਰੂ ਕਰ ਦਿੰਦਾ ਹੈ। ਸੋ ਤੁਸੀਂ ਸਪਸ਼ਟ ਕਰੋ ਕਿ ਇਹਨਾਂ ਨੂੰ ਅਸੀਂ ਕਿਵੇਂ ਮੰਨੀਏ। ਪਹਿਲੀ ਗੱਲ ਤਾਂ ਕਦੇ ਵੀ ਗੁਰਬਾਣੀ ਦੇ ਵਿੱਚੋਂ ਜਦੋਂ ਇੱਕ ਪੰਕਤੀ ਸੁਣਾ ਕੇ ਇੱਕ ਪੰਕਤੀ ਲੈ ਕੇ ਅਰਥ ਕਰਾਂਗੇ, ਉਹ ਅਰਥ ਸਪਸ਼ਟ ਨਹੀਂ ਹੋਣਗੇ। ਉਹ ਉਹਦੀ ਕਥਾਵਾਚਕ ਦੀ ਮਨ ਮਰਜ਼ੀ ਦੇ ਅਰਥ ਹੋਣਗੇ।
ਆਪਣੇ ਹਾਲਾਤ ਅਨੁਸਾਰ, ਆਪਣੀ ਲੋੜ ਅਨੁਸਾਰ ਇੱਕ ਪੰਕਤੀ ਨੂੰ ਉਹ ਵਰਤ ਲੈਂਦਾ ਹੈ। ਮਿਸਾਲ ਦੇ ਤੌਰ ਤੇ ਇੱਕ ਤਾਂ ਕਹੇ ਪਿੰਗਲ ਪਰਬਤ ਪਰ ਭਵਨ, ਵੀ ਪਿੰਗਲਾ ਬੰਦਾ ਕਿਵੇਂ ਪਰਬਤਾਂ ਤੇ ਚੜ ਸਕਦਾ ਹੈ। ਇੱਕ ਪਾਸੇ ਤਾਂ ਗੁਰਬਾਣੀ 'ਚ ਇਹ ਲਿਖਿਆ ਹੋਇਆ ਹੈ, ਦੂਜੇ ਥਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ, ਪਿੰਗਲੇ ਤਾਂ ਪਰਬਤਾਂ ਤੇ ਚੜ ਜਾਂਦੇ ਨੇ। ਇਹ ਵਿਰੋਧਾਭਾਸ ਕਿਵੇਂ ਹੋ ਗਿਆ? ਅਸਲ ਦੇ ਵਿੱਚ ਭਾਵ ਅਰਥ ਲੈਣੇ ਹੁੰਦੇ ਨੇ ਕਿ ਜਿਹੜਾ ਬੰਦਾ ਮਾਨਸਿਕ ਤੌਰ ਤੇ ਪਿੰਗਲਾ ਹੈ, ਜਿਹਦੇ ਕੋਲੇ ਗਿਆਨ ਨਹੀਂ ਹੈ, ਉਹ ਪਹਾੜਾਂ ਤੇ ਨਹੀਂ ਚੜ ਸਕਦਾ, ਉੱਚੀ ਥਾਂ ਤੇ ਨਹੀਂ ਚੜ ਸਕਦਾ, ਜਾਂ ਇਹ ਕਹਿ ਲਈਏ ਜ਼ਿੰਦਗੀ ਦੀ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦਾ। ਪਰ ਜਿਹੜਾ ਬੰਦਾ ਮਾਨਸਿਕ ਤੌਰ ਤੇ ਵਿਕਾਸ ਕਰ ਗਿਆ, ਵਿੱਦਿਆ ਹਾਸਲ ਕਰ ਲਈ, ਉਹ ਦੌ ਪੇਚ, ਉਹ ਢੰਗ ਤਰੀਕੇ ਉਹਨੇ ਸਿੱਖ ਲਏ ਤੇ ਉਹ ਵੱਡੀਆਂ ਵੱਡੀਆਂ ਮੰਜ਼ਲਾਂ ਤੈਅ ਕਰਕੇ ਉੱਚਾ ਹੋ ਜਾਂਦਾ ਹੈ। ਉਹ ਰਾਜ ਤੱਕ ਕਰ ਸਕਦਾ ਹੈ, ਉਹ ਸਮਾਜ ਦਾ ਬਹੁਤ ਭਲਾ ਕਰ ਸਕਦਾ ਹੈ। ਇਹ ਭਾਵਨਾ ਹੁੰਦੀ ਹੈ ਇਹਨਾਂ ਸ਼ਬਦਾਂ 'ਚ। ਅਗਲੀ ਗੱਲ, ਜਿਹੜਾ ਇਹਨਾਂ ਨੇ ਇਹ ਪੁੱਛਿਆ ਕਿ ਫਿਰ ਮਨੁੱਖ ਕੀ ਕਰੇ? ਜਿਹੜਾ ਕਰਦਾ ਹੈ ਪ੍ਰਮਾਤਮਾ ਕਰਦਾ ਹੈ। ਗੱਲ ਪ੍ਰਮਾਤਮਾ ਦਾ ਜਿਹੜਾ ਨਿਯਮ ਹੈ ਉਹਨੂੰ ਤਾਂ ਨਹੀਂ ਅਸੀਂ ਬਦਲ ਸਕਦੇ, ਪਹਿਲਾਂ ਵੀ ਆਪਾਂ ਗੱਲ ਕੀਤੀ ਹੈ। ਉਹ ਨਿਯਮ ਤਾਂ ਅਕੱਟ ਹੈ, ਅਡੋਲ ਹੈ। ਅਸੀਂ ਆਪਣੀ ਜ਼ਿੰਦਗੀ ਜਿਉਣ ਵਾਸਤੇ ਉਹਦੇ ਵਿੱਚ ਰਾਹ ਲੱਭਣਾ ਹੈ ਤੇ ਉਸ ਰਾਹ ਨੂੰ ਲੱਭ ਕੇ ਅਸੀਂ ਜ਼ਿੰਦਗੀ ਆਪਣੀ ਵਧੀਆ ਬਣਾ ਸਕਦੇ ਹਾਂ। ਤੇ ਜਿਹੜਾ ਇਹਨਾਂ ਨੇ ਇਹ ਆਖਿਆ ਜਿਹਾ ਬੀਜਿਆ ਸੋ ਲਾਉਣਾ, ਇਹ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਮੈਂ ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਜਿਹੜਾ ਨਿਯਮ ਬਣੇ ਹੋਏ ਨੇ, ਜੇ ਉਹਨਾਂ ਦੀ ਉਲੰਘਣਾ ਕਰਾਂਗਾ ਤਾਂ ਮੈਨੂੰ ਇਹਦੇ ਵੱਟੇ ਸਜ਼ਾ ਮਿਲੇਗੀ, ਸਜ਼ਾ ਭੁਗਤਣੀ ਪਵੇਗੀ। ਇੱਥੋਂ ਤੱਕ ਅਸੀਂ ਤੁਰੇ ਜਾ ਰਹੇ ਹਾਂ। ਪਾਣੀ ਦਾ ਥੋੜਾ ਜਿਹਾ ਜਿਹੜਾ ਅੱਧਾ ਕਿਲੋ ਜਾਂ 250 ਗ੍ਰਾਮ ਪਾਣੀ ਡੁੱਲਿਆ ਹੋਇਆ ਹੈ, ਉੱਥੇ ਚਿੱਕੜ ਹੈ, ਅਸੀਂ ਅਣਗਹਿਲੀ ਨਾਲ ਜੇ ਪੈਰ ਚਿੱਕੜ ਦੇ ਵਿੱਚ ਰੱਖ ਦਿੱਤਾ ਤਾਂ ਉੱਥੋਂ ਪੈਰ ਤਿਲਕ ਗਿਆ। ਉਹ ਪੈਰ ਸਾਡਾ ਤਿਲਕਿਆ ਕੇ ਰੱਬ ਨੇ ਨਹੀਂ ਸਾਡੇ ਗੋਡੇ ਤੋੜੇ, ਅਸੀਂ ਆਪ ਪਾਣੀ ਨਹੀਂ ਵੇਖਿਆ, ਪੈਰ ਤਿਲਕ ਕੇ ਡਿੱਗ ਪਏ। ਜਿਹੜਾ ਡਿੱਗ ਪਿਆ ਪਾਣੀ ਤੋਂ ਤਿਲਕ ਕੇ ਉਹਦਾ ਗੋਡਾ ਟੁੱਟ ਗਿਆ ਤਾਂ ਰੱਬ ਨੂੰ ਦੋਸ਼ ਨਾ ਦਿਓ ਕਿ ਰੱਬ ਨੇ ਮੇਰੇ ਨਾਲ ਦੁਸ਼ਮਣੀ ਕਮਾ ਲਈ ਹੈ। ਤੇ ਗੱਡੀਆਂ ਮੋਟਰਾਂ ਦੇ ਐਕਸੀਡੈਂਟ ਹੁੰਦੇ ਨੇ, ਇਹ ਰੱਬ ਨੇ ਤਾਂ ਗੱਡੀ ਬਣਾਈ ਕੋਈ ਨਹੀਂ ਤੇ ਦੋਸ਼ ਦੇਈ ਜਾਂਦੇ ਆ ਜਦੋਂ ਐਕਸੀਡੈਂਟ ਹੋ ਜਾਂਦਾ ਕਿ ਮਹਾਰਾਜ ਨੂੰ ਐਂ ਮਨਜ਼ੂਰ ਸੀ। ਕੀ ਰੇਲਾਂ ਤੇ ਜਹਾਜ਼, ਮੋਟਰਸਾਈਕਲ ਇਹ ਰੱਬ ਨੇ ਭੇਜੇ ਨੇ? ਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣੀਆਂ ਇਹ ਵੀ ਰੱਬ ਨੇ ਆਖਿਆ? ਤੇ ਕਾਗਜ਼ ਪੱਤਰ ਤਿਆਰ ਨਾ ਕਰਾਉਣੇ ਗੱਡੀਆਂ ਦੇ ਇਹ ਵੀ ਰੱਬ ਨੇ ਆਖਿਆ? ਤੇ ਉਹਨਾਂ ਦੀ ਸਿਖਲਾਈ ਨਾ ਲੈਣੀ, ਨਿਯਮਾਂ ਦੀ ਪਾਲਣਾ ਨਾ ਕਰਨੀ, ਨਸ਼ੇ ਪੀ ਕੇ ਗੱਡੀਆਂ ਚਲਾਉਣੀਆਂ, ਕੀ ਇਹ ਵੀ ਰੱਬ ਨੇ ਆਖਿਆ ਹੋਇਆ ਸਾਰਾ? ਅਸੀਂ ਹਰੇਕ ਗੱਲ ਰੱਬ ਦੇ ਮੱਥੇ ਮੜ ਰਹੇ ਹਾਂ। ਆਪਣੀ ਜ਼ਿੰਮੇਵਾਰੀ ਚੁੱਕਣੀ ਸੀ, ਆਪਣਾ ਕੰਮ ਆਪ ਸੰਵਾਰਨਾ ਸੀ। ਇਹ ਵੀ ਤਾਂ ਲਿਖਿਆ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸੰਵਾਰੀ ਹੈ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਇਹਦਾ ਭਾਵ ਹੈ ਕਿ ਆਪਣੇ ਆਪ ਨੂੰ ਸਾਵਧਾਨ ਕਰਨਾ ਹੈ। ਤੇ ਜਦੋਂ ਗੁਰੂ ਦੀ ਸੰਗਤ, ਗੁਰੂ ਦਾ ਗਿਆਨ ਸਾਡੇ ਅੰਦਰ ਵਸ ਗਿਆ ਤੇ ਫਿਰ ਅਸੀਂ ਧੋਖਾ ਨਹੀਂ ਖਾਵਾਂਗੇ। ਮੁਸ਼ਕਲਾਂ ਦੇ ਵਿੱਚੋਂ, ਘਾਟੀਆਂ ਦੇ ਵਿੱਚੋਂ, ਮੁਸੀਬਤਾਂ ਦੇ ਵਿੱਚੋਂ ਵੀ ਬਚ ਕੇ ਨਿਕਲ ਜਾਵਾਂਗੇ। ਅੱਜ ਤੱਕ ਗੋਰਿਆਂ ਨੇ ਰੱਬ ਤੇ 500 ਸਾਲ ਪਹਿਲਾਂ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ ਤੇ 500 ਸਾਲ ਤੋਂ ਲੈ ਕੇ ਤਕਰੀਬਨ ਉਹ ਦੁਨੀਆ ਦੇ ਉੱਤੇ ਫੈਲ ਗਏ, ਥਾਂ ਥਾਂ ਤੇ ਰਾਜ ਕਰ ਰਹੇ ਨੇ। ਕਿ ਉਹਨਾਂ ਨੇ ਰੱਬ ਦਾ ਨਾਮ ਜਪ ਕੇ ਜਾਂ ਉਹਨਾਂ ਨੇ ਰੱਬ ਦੀਆਂ ਅਰਦਾਸਾਂ ਕਰਕੇ ਦੁਨੀਆ ਤੇ ਰਾਜ ਕੀਤਾ, ਕਿ ਉਹਨਾਂ ਨੇ ਮਿਹਨਤ ਕਰਕੇ ਅਤੇ ਅਕਲ ਦੀ ਵਰਤੋਂ ਕਰਕੇ ਦੁਨੀਆ ਤੇ ਰਾਜ ਕੀਤਾ? ਅਸੀਂ ਰੱਬ ਨੂੰ ਜਪਣ ਵਾਲੇ, ਭਾਣੇ ਨੂੰ ਮੰਨਣ ਵਾਲੇ, ਚੌਂਕੜੇ ਮਾਰ ਕੇ ਅੱਖਾਂ ਮੀਟ ਕੇ ਬੈਠ ਗਏ ਤੇ ਅਸੀਂ ਦੁਨੀਆ ਦੇ ਗੁਲਾਮ ਬਣ ਗਏ, ਕਦੀ ਗੋਰਿਆਂ ਦੇ, ਕਦੀ ਮੁਸਲਮਾਨਾਂ ਦੇ, ਕਦੀ ਬ੍ਰਾਹਮਣ ਦੇ। ਇਹ ਗੁਲਾਮੀਆਂ ਅਕਲਬੰਦੀ ਨਾਲ ਟੁੱਟਣਗੀਆਂ ਤੇ ਜਿਹੜਾ ਵਿਰੋਧੀ ਹੈ ਉਹ ਸਭ ਤੋਂ ਪਹਿਲਾਂ ਸਾਡੀ ਅਕਲ, ਸਾਡੀ ਵਿੱਦਿਆ ਉਹਨੂੰ ਖਤਮ ਕਰਦਾ ਹੈ। ਜਦੋਂ ਅਕਲ ਤੇ ਵਿੱਦਿਆ ਨਾ ਰਹੀ ਅਸੀਂ ਪਿਛਲੱਗ ਬਣ ਜਾਵਾਂਗੇ, ਅਸੀਂ ਗਧਿਆਂ ਵਰਗੇ ਬਣ ਜਾਵਾਂਗੇ, ਦੂਜਿਆਂ ਦੀਆਂ ਵਗਾਰਾਂ ਕਰਾਂਗੇ। ਸਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਹੈ ਉਹ ਭੁੱਲ ਜਾਵੇਗਾ। ਰੱਬ ਤੇ ਛੱਡ ਦਿਓ। ਕੋਈ ਵੀ ਕੰਮ ਰੱਬ ਆਪਣੀ ਜ਼ਿੰਮੇਵਾਰੀ ਨਿਰੰਤਰ ਕਰੀ ਜਾ ਰਿਹਾ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਟ੍ਰੇਨਿੰਗ ਲੈ ਕੇ, ਸਿੱਖਿਆ ਲੈ ਕੇ, ਸਿਆਣੇ ਬਣ ਕੇ ਆਪਣੀਆਂ ਜ਼ਿੰਮੇਵਾਰੀਆਂ ਆਪ ਚੁੱਕਣੀਆਂ ਨੇ, ਤਾਂ ਬਚਾਂਗੇ, ਤਾਂ ਕਾਮਯਾਬ ਹੋਵਾਂਗੇ, ਨਹੀਂ ਤਾਂ ਅਸੀਂ ਖਤਮ ਹੋ ਜਾਵਾਂਗੇ। ਬਹੁਤ ਧੰਨਵਾਦ ਜੀ। ਅਗਲਾ ਸਵਾਲ ਹੈਗਾ ਨੀਰਜ ਕੁਮਾਰ ਜੋ ਲੁਧਿਆਣੇ ਤੋਂ ਨੇ, ਉਹ ਕਰ ਰਹੇ ਨੇ। ਉਹ ਕਹਿੰਦੇ ਪ੍ਰੋਫੈਸਰ ਸਾਹਿਬ ਜੀ, ਜੇਕਰ ਕਰਾਮਾਤ ਨਹੀਂ ਹੈ ਤੇ ਅਸੀਂ ਕਰਾਮਾਤ ਨੂੰ ਨਹੀਂ ਮੰਨਦੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੀ ਜੋ ਦਿੱਤੀ ਹੋਈ ਨਿਸ਼ਾਨੀ ਹੈ ਨਾ ਗੰਗਾ ਸਾਗਰ, ਉਹ ਕੀ ਹੈ? ਉਸ ਵਿੱਚ ਪਾਣੀ ਕਿਵੇਂ ਖੜ ਜਾਂਦਾ ਹੈ? ਉਸ ਵਿੱਚ ਤਾਂ ਗਲੀਆਂ ਵੀ ਨੇ ਪਰ ਪਾਣੀ ਜਾਂ ਦੁੱਧ ਹੈ ਜਿਹੜਾ ਉਹ ਬਾਹਰ ਕਿਉਂ ਨਹੀਂ ਆਉਂਦਾ? ਇਸ ਬਰਤਨ ਉੱਪਰ ਕੋਈ ਵਿਗਿਆਨਿਕ ਕਾਰਨ ਕਿਉਂ ਲਾਗੂ ਨਹੀਂ ਹੁੰਦਾ? ਇਹਦੇ ਉੱਪਰ ਚਾਨਣਾ ਪਾਓ ਜੀ।
ਕਿਉਂਕਿ ਮੈਨੂੰ ਕਿਤੋਂ ਵੀ ਕੋਈ ਸਟੀਕ ਜਵਾਬ ਹੈ ਜਿਹੜਾ ਉਹ ਨਹੀਂ ਮਿਲਿਆ। ਇੱਥੇ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਅੱਗੇ ਤੁਰਦੇ ਤੁਰਦੇ ਸਫ਼ਰ ਕਰਦੇ ਹੋਏ ਰਾਏਕੋਟ ਪਹੁੰਚੇ ਨੇ, ਉੱਥੋਂ ਦਾ ਇੰਚਾਰਜ ਸੀ ਇਲਾਕੇ ਦਾ ਮੁਸਲਮਾਨ, ਉਹ ਸੀ ਰਾਏ ਕੱਲਾ। ਤੇ ਰਾਏ ਕੱਲੇ ਨੇ ਗੁਰੂ ਸਾਹਿਬ ਨੂੰ ਕਹਿੰਦੇ ਬਹੁਤ ਸੇਵਾ ਕੀਤੀ ਆਦਿਕ। ਤੇ ਇੱਥੇ ਰਾਏ ਕੱਲੇ ਕੋਲੇ ਪਹੁੰਚਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਜੰਗਲ ਦੇ ਵਿੱਚੋਂ ਦੀ ਲੰਘੇ ਆ ਰਹੇ ਸੀ। ਉਹਨਾਂ ਨੂੰ ਬਹੁਤ ਭੁੱਖ ਪਿਆਸ ਲੱਗੀ ਹੋਈ ਸੀ ਤੇ ਉੱਥੇ ਜੰਗਲ ਦੇ ਵਿੱਚ ਇੱਕ ਬੰਦਾ ਮੱਝਾਂ ਚਾਰ ਰਿਹਾ ਸੀ। ਉਹਨੂੰ ਗੁਰੂ ਸਾਹਿਬ ਨੇ ਆਖਿਆ ਕਿ ਮੈਨੂੰ ਭੁੱਖ ਲੱਗੀ ਹੈ, ਜੇ ਦੁੱਧ ਪਿਆ ਦੇਵੇਂ। ਤਾਂ ਉਹਨੇ ਕਹਿੰਦੇ ਇੱਕ ਲੋਟਾ ਦਿੱਤਾ। ਉਹ ਰਾਏ ਕੱਲੇ ਦੀਆਂ ਮੱਝਾਂ ਲੈ ਕੇ ਹੀ ਆਇਆ ਹੋਇਆ ਸੀ। ਉਹਨੇ ਗੁਰੂ ਗੋਬਿੰਦ ਸਿੰਘ ਨੂੰ ਲੋਟਾ ਦਿੱਤਾ, ਇਹੋ ਹੀ ਗਲੀਆਂ ਵਾਲਾ ਜਿਵੇਂ ਕਿ ਕਿਹਾ ਜਾਂਦਾ ਹੈ, ਤੇ ਇਹ ਕਹਿ ਦਿੱਤਾ ਕਿ ਉਹ ਜਿਹੜੀ ਮੱਝ ਹੈ ਉਹਦੇ ਹੇਠਾਂ ਬਹਿ ਜਾਓ ਤੇ ਉਹ ਦੁੱਧ ਦੇਵੇਗੀ। ਉਹ ਮੱਝ ਕਦੇ ਗਰਭਵਤੀ ਨਹੀਂ ਹੋਈ ਸੀ ਤੇ ਗਰਭਵਤੀ ਹੋਣ ਤੋਂ ਬਿਨਾਂ, ਬੱਚੇ ਨੂੰ ਜਨਮ ਦੇਣ ਤੋਂ ਬਿਨਾਂ ਕੋਈ ਮੱਝ, ਕੋਈ ਵੀ ਮਦੀਨ ਉਹ ਦੁੱਧ ਨਹੀਂ ਦੇ ਸਕਦੀ। ਤੇ ਪਰ ਗੁਰੂ ਗੋਬਿੰਦ ਸਿੰਘ ਨੂੰ ਉਸ ਜਿਹੜੀ ਗਰਭਵਤੀ ਮੱਝ ਨਹੀਂ ਸੀ ਤੇ ਉਹਦੇ ਥੱਲੇ ਬਿਠਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਨੇ ਉੱਥੇ ਵੀ ਕਰਾਮਾਤ ਵਰਤਾ ਦਿੱਤੀ। ਉਸ ਮੱਝ ਨੂੰ ਥਾਪੀ ਦਿੱਤੀ, ਪਿਆਰ ਕੀਤਾ ਤੇ ਗਲੀਆਂ ਵਾਲਾ ਲੋਟਾ ਲੈ ਕੇ ਉਹਦੇ ਹੇਠਾਂ ਬਹਿ ਗਏ। ਤੇ ਨਾਲੇ ਤਾਂ ਮੱਝ ਵੀ ਗਰਭਵਤੀ ਨਹੀਂ ਸੀ, ਉਹਨੇ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਤੇ ਗਲੀਆਂ ਵਾਲਾ ਲੋਟਾ ਭਰ ਗਿਆ ਦੁੱਧ ਦਾ। ਇਹ ਕਹਾਣੀਆਂ ਜਬਲੀਆਂ ਮਾਰ ਮਾਰ ਕੇ ਸਾਨੂੰ ਪਾਗਲ ਬਣਾ ਦਿੱਤਾ ਹੈ। ਇਸ ਲੋਟੇ ਨੂੰ ਉਹਦੀ ਔਲਾਦ ਜਿਹੜੀ ਕਿ ਪਾਕਿਸਤਾਨ ਚ ਅੱਜ ਕੱਲ ਰਹਿੰਦੀ ਹੈ, ਰਾਏ ਕੱਲੇ ਦੀ ਔਲਾਦ, ਇਹੋ ਜਿਹੇ ਲੋਟੇ ਨੂੰ ਲੈ ਕੇ ਦੁਨੀਆ ਭਰ ਦੇ ਵਿੱਚੋਂ ਕਰੋੜਾਂ ਨਹੀਂ ਅਰਬਾਂ ਖਰਬਾਂ ਰੁਪਈਆ ਲੁੱਟ ਲਿਆ। ਅੰਨੇ ਲੋਕ ਉਸ ਲੋਟੇ ਨੂੰ ਮੱਥੇ ਟੇਕਦੇ ਨੇ, ਸ਼ੀਸ਼ੇ 'ਚ ਮੜ ਕੇ ਉਸ ਲੋਟੇ ਨੂੰ ਗੁਰਦੁਆਰੇ 'ਚ ਖਾਸ ਥਾਂ ਤੇ ਮੱਥੇ ਟੇਕਣ ਵਾਸਤੇ ਰੱਖਿਆ ਜਾਂਦਾ ਹੈ। ਲੋਕੀ ਪਾਉਂਡ, ਡਾਲਰ, ਯੂਰੋ ਢੇਰ ਲਾ ਕੇ ਉਹ ਡੱਬੇ ਭਰਦੇ ਨੇ। ਤੇ ਯਾਦ ਰਵੇ, ਜਿੱਥੇ ਉਹ ਲੋਟੇ ਵਾਲਾ ਜਾਂਦਾ ਹੈ ਦੁਨੀਆ ਬਹੁਤੀ ਇਕੱਠੀ ਹੁੰਦੀ ਹੈ, ਫਿਰ ਪ੍ਰਬੰਧਕਾਂ ਨਾਲ, ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਹੁੰਦੇ ਨੇ, ਉਹਨਾਂ ਨਾਲ ਸੌਦੇਬਾਜ਼ੀ ਹੁੰਦੀ ਹੈ ਕਿ ਇੰਨੇ ਪੈਸੇ ਤੁਹਾਡੇ ਤੇ ਇੰਨੇ ਪੈਸੇ ਗੁਰਦੁਆਰੇ ਦੇ, ਦੋਵੇਂ ਪਿਆਰ ਭਰੇ ਢੰਗ ਨਾਲ ਵੰਡ ਕੇ ਛਕਾਂਗੇ ਜੀ। ਇਹ ਲੰਮੇ ਸਮੇਂ ਤੋਂ ਵੰਡ ਕੇ ਹਰਾਮ ਦੀ ਕਮਾਈ ਖਾਂਦੇ ਆ ਰਹੇ ਨੇ। ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹੇ ਕੋਈ ਲੋਟਿਆਂ ਦੀ ਗੱਲ ਨਹੀਂ ਕੀਤੀ। ਇਹ ਲੋਟਾ ਦਿਖਾਉਣ ਨੂੰ ਕਿਸੇ ਨੂੰ ਤਿਆਰ ਨਹੀਂ, ਇਹ ਸ਼ੀਸ਼ੇ 'ਚ ਬੰਦ ਰੱਖਦੇ ਨੇ, ਕੱਪੜਿਆਂ 'ਚ ਵਲੇਟ ਕੇ ਰੱਖਦੇ ਨੇ। ਇਹੋ ਜਿਹਾ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਗਲੀਆਂ ਦੇ ਵਿੱਚੋਂ ਦੀ ਪਾਣੀ ਤਾਂ ਨਿਕਲ ਜਾਵੇ, ਦੁੱਧ ਨਾ ਨਿਕਲੇ। ਇਹ ਨਿਰਾ ਝੂਠ ਵੱਢਿਆ ਜਾ ਰਿਹਾ ਹੈ। ਹੁਣ ਉਹਦੀ ਦੁਕਾਨ ਕੁਝ ਘਟ ਰਹੀ ਹੈ ਕਿਉਂਕਿ ਵਿਗਿਆਨਕ ਢੰਗ ਤਰੀਕਾ ਸਾਡਾ ਸੋਚਣ ਦਾ ਵੱਧ ਰਿਹਾ ਹੈ। ਉਂਝ ਉਹਨੇ ਪੈਸਾ ਇੰਨਾ ਕਮਾ ਲਿਆ, ਮਹਿਲ ਮਾੜੀਆਂ ਕੋਠੀਆਂ ਤਾਂ ਰਾਏ ਕੱਲੇ ਦੀ ਔਲਾਦ ਨੇ ਬਣਾਈਆਂ ਸੀ। ਉਹ ਪਾਕਿਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਬਣਿਆ ਹੋਇਆ, ਇੰਨਾ ਪੈਸਾ ਹੈ ਉਹਦੇ ਕੋਲੇ। ਤਾਂ ਇੱਥੇ ਤਾਂ ਜਿਹੜਾ ਭਾਈ ਮਰਦਾਨਾ ਜੀ ਦੀ ਔਲਾਦ ਵਾਲਿਆਂ ਨੇ, ਹਰਪਾਲ ਸਿੰਘ ਨਾਮ ਦਾ ਇੱਕ ਬੰਦਾ ਫਿਰੋਜ਼ਪੁਰ ਰਹਿੰਦਾ ਹੈ, ਉਹਨਾਂ ਨੇ ਇਹ ਅਡੰਬਰ ਰਚਿਆ ਸੀ। ਇਹ ਸਧਾਰਨ ਜਿਹੇ ਕਿਸਮ ਦਾ ਬੰਦਾ ਸੀ ਹਰਪਾਲ ਸਿੰਘ। ਜਦੋਂ ਭਾਈ ਮਰਦਾਨਾ ਦੀ ਝੂਠੀ ਔਲਾਦ ਪੈਦਾ ਕਰਕੇ ਉਹਨਾਂ ਨੇ ਪੰਜਾਬ 'ਚ ਦੁਨੀਆ 'ਚ ਕਮਾਈ ਤੇ ਅੱਧੇ ਪੈਸੇ ਉਹ ਮਰਦਾਨਾ ਜੀ ਦੀ ਔਲਾਦ ਨੂੰ ਦਿੱਤੇ, ਅੱਧੇ ਪੈਸੇ ਉਹ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਕਮਾਏ, ਉਹ ਵੀ ਕਰੋੜਾਂਪਤੀ ਬਣ ਗਏ। ਇੱਥੇ ਪੰਜਾਬੀ ਯੂਨੀਵਰਸਿਟੀ 'ਚ ਉਹ ਮਰਦਾਨਾ ਜੀ ਦੀ ਔਲਾਦ ਦੀ ਮੈਂ ਬੋਲਤੀ ਬੰਦ ਕਰਕੇ ਭੇਜੀ ਸੀ, ਮੇਰੇ ਗੱਲਾਂ ਦਾ ਜਵਾਬ ਨਹੀਂ ਦੇ ਸਕੇ। ਇਹ 2006 ਦੀ ਗੱਲ ਹੈ। ਤੇ ਫਿਰ ਉਹਨਾਂ ਦੇ ਕਿਤੇ ਵੀ ਪ੍ਰੋਗਰਾਮ ਬੁੱਕ ਹੋਣੋਂ ਇੱਧਰ ਬੰਦ ਹੋ ਗਏ ਸੀ। ਤੇ ਇਸ ਤਰ੍ਹਾਂ ਬਹੁਤ ਕੁਝ ਇਹ ਝੂਠ ਤੇ ਆਧਾਰਿਤ ਸਾਖੀਆਂ ਘੜੀਆਂ ਗਈਆਂ ਨੇ ਤੇ ਕਿਤੇ ਹਰੇਕ ਤਰ੍ਹਾਂ ਦੀ ਕਰਾਮਾਤ ਸਾਡੇ ਮੱਥੇ ਮੜੀ ਗਈ ਹੈ। ਇੱਥੇ ਤਾਂ ਹੋਰ ਕੀ ਆਖੀਏ, ਇਹ ਦਰਖਤਾਂ ਤੋਂ ਮਠਿਆਈ ਵੀ ਕੇਰੀ ਜਾਂਦੇ ਨੇ ਤੇ ਦਰਖਤਾਂ ਦੀ ਮਠਿਆਈ ਉਹ ਸਾਨੂੰ ਖਵਾਈ ਜਾਂਦੇ ਨੇ, ਕਦੇ ਦਰਖਤਾਂ ਦੇ ਰੀਠੇ ਮਿੱਠੇ ਕਰਵਾਈ ਜਾਂਦੇ ਨੇ। ਬਹੁਤ ਕੁਝ ਹੈ, ਜੇ ਗਿਣਤੀ ਕਰਨ ਲੱਗ ਪਈਏ ਤਾਂ ਅੰਤ ਹਿਸਾਬ ਕੋਈ ਨਹੀਂ। ਆਪਣੇ ਦਿਮਾਗ ਨੂੰ ਖੋਲੀਏ, ਇਸ ਝੂਠ ਨੂੰ ਆਪਣੇ ਦਿਮਾਗਾਂ ਚੋਂ ਕੱਢੀਏ, ਆਪਣੇ ਸਮਾਜ ਚੋਂ ਕੱਢੀਏ, ਆਪਣੇ ਗੁਰਦੁਆਰਿਆਂ ਚੋਂ ਕੱਢੀਏ। ਦੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਕਹਿੰਦੇ ਨੇ ਝੂਠ ਸੁਣਾਏ ਸੀ ਝੂਠ ਕੀ ਬੇਲਾ। ਸਾਰਾ ਦਿਨ ਝੂਠ ਮਾਰੀ ਜਾਂਦੇ ਨੇ ਗੁਰਦੁਆਰਿਆਂ 'ਚ ਬੈਠੇ ਕਿ ਗੁਰੂ ਸਾਹਿਬ ਤਾਂ ਜਾਣੀ ਜਾਣ ਨੇ, ਗੁਰੂ ਸਾਹਿਬ ਤਾਂ ਕਰਨ ਕਾਰਨ ਸਮਰੱਥ ਨੇ, ਜੋ ਮਰਜ਼ੀ ਕਰ ਦੇਣ। ਇਹੋ ਜਿਹੇ ਘਟੀਆ ਕੰਮ ਗੁਰੂ ਸਾਹਿਬ ਨਹੀਂ ਕਰਨ ਵਾਸਤੇ ਆਏ ਸੀ। ਉਹ ਸਾਨੂੰ ਸਿਆਣੇ ਬਣਾਉਣ, ਆਜ਼ਾਦੀ ਦੇਣ, ਵਹਿਮਾਂ ਭਰਮਾਂ ਤੋਂ ਮੁਕਤ ਕਰਨ। ਉਹ ਚੰਗੇ ਕੰਮ ਸਾਤੋਂ ਕਰਵਾਉਣ ਵਾਸਤੇ ਆਏ ਸੀ, ਨਾ ਕਿ ਇਹ ਬੇਹੂਦਾ ਕੰਮਾਂ ਤੇ ਸਾਨੂੰ ਲਾਇਆ ਸੀ। ਨਾ ਗੁਰੂ ਸਾਹਿਬ ਨੇ ਆਪ ਇਹੋ ਜਿਹੇ ਕੰਮ ਕੀਤੇ ਤੇ ਨਾ ਸਾਨੂੰ ਕਰਨ ਨੂੰ ਆਖਿਆ। ਸੰਭਲੋ, ਬਚੋ ਇਹਨਾਂ ਲੁਟੇਰਿਆਂ ਤੋਂ, ਇਹ ਸਾਨੂੰ ਲੁੱਟ ਕੇ ਖਾ ਰਹੇ। ਬਹੁਤ ਧੰਨਵਾਦ ਜੀ, ਆਪ ਜੀ ਨੇ ਬੜੇ ਵਿਸਥਾਰ ਦੇ ਵਿੱਚ ਇਹ ਰਾਏ ਕੱਲੇ ਦੀ ਜਿਹੜੀ ਕਹਾਣੀ ਹੈ ਲੋਟੇ ਦੀ, ਤੇ ਹੋਰ ਜਿਹੜਾ ਇਹੋ ਜਿਹੀ ਵਹਿਮ ਭਰਮ ਸਾਡੀ ਸੁਸਾਇਟੀ 'ਚ ਫੈਲਾਇਆ ਜਾ ਰਿਹਾ ਹੈ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਮੇਰਾ ਖਿਆਲ ਹੈ ਨੀਰਜ ਕੁਮਾਰ ਜੀ
ਆਪ ਜੀ ਚੰਗੀ ਤਰ੍ਹਾਂ ਜਾਣ ਗਏ ਹੋਵੋਗੇ ਕਿ ਕਿਸ ਲੋਟੇ ਦੀ ਸਚਾਈ ਕੀ ਹੈ। ਤੇ ਅਗਲਾ ਸਵਾਲ ਹੈ ਜੀ ਗੁਰਬਖਸ਼ ਸਿੰਘ ਜਲੰਧਰ ਤੋਂ ਜੋ ਕਰ ਰਹੇ ਨੇ। ਇਹ ਕਹਿੰਦੇ ਇਹ ਇੱਕੋ ਸ਼ਬਦ ਦੇ ਨੇ ਜਿਹੜਾ ਅਰਥ ਹੈ ਉਹ ਇਹਨਾਂ ਨੇ ਪੁੱਛੇ ਨੇ, ਤੇ ਉਹ ਅਰਥ ਇਹ ਆਪ ਜੀ ਤੋਂ ਜਾਣਨਾ ਚਾਹੁੰਦੇ ਨੇ। ਸ਼ਬਦ ਕੁਝ ਇਸ ਤਰ੍ਹਾਂ ਹੈ, ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੁੱਪ ਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ। ਤੇ ਇਹ ਜਿਹੜਾ ਸ਼ਬਦ ਹੈ ਪੂਰਾ ਮੈਂ ਇੱਥੇ ਨਹੀਂ ਪੜਾਂਗੀ ਕਿਉਂਕਿ ਤੁਹਾਨੂੰ ਆਉਂਦਾ ਹੀ ਹੈ, ਤੇ ਸੰਗਤ ਵੀ ਸਾਰੀ ਜਾਣਦੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਗੁਰਦੁਆਰਿਆਂ ਤੋਂ ਇਹ ਆਮ ਇਹ ਸ਼ਬਦ ਪੜਿਆ ਜਾਂਦਾ ਹੈ। ਪਰ ਕਿਉਂਕਿ ਇਹਦੇ ਅਰਥ ਹੈ ਜਿਹੜੇ ਨਾ ਉਹ ਕੁਝ ਹੋਰ ਤਰੀਕੇ ਨਾਲ ਕੀਤੇ ਜਾਂਦੇ ਨੇ ਅੱਜ ਤੱਕ ਸੰਪਰਦਾਇਆਂ ਵੱਲੋਂ। ਤੇ ਤੁਸੀਂ ਦੱਸੋ ਕਿ ਇਸ ਸ਼ਬਦ ਦੇ ਅਸਲ ਦੇ ਵਿੱਚ ਅਰਥ ਕੀ ਬਣਦੇ ਨੇ ਮੇਰੇ ਵੀਰ, ਇਹ ਜਾਣਨਾ ਚਾਹੁੰਦੇ। ਇੱਥੇ ਰਾਮ ਦੇ ਦਾਸਾਂ ਦਾ ਮਤਲਬ ਹੈ ਸਾਧ ਸੰਗਤ, ਜਿਹੜੇ ਕਿ ਗੁਰੂ ਦੀ ਸੰਗਤ ਬਣ ਚੁੱਕੇ ਨੇ, ਵਿਕਾਰਾਂ ਨੂੰ ਛੱਡ ਕੇ ਚੰਗੇ ਇਨਸਾਨ ਬਣਨਾ ਚਾਹੁੰਦੇ ਨੇ, ਉਹ ਗੁਰੂ ਦੀ ਮੱਤ ਲੈ ਕੇ ਇਸ ਰਾਹ ਤੇ ਚੱਲਦੇ ਨੇ। ਰਾਮ ਦੇ ਦਾਸਾਂ ਨੇ ਗੁਰੂ ਦੀ ਮੱਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਤੇ ਉਹ ਇਸ਼ਨਾਨ ਜਿਹੜਾ ਗਿਆਨ ਰੂਪੀ ਇਸ਼ਨਾਨ ਹੈ ਉਹ ਤਾਂ ਲੈ ਕੇ ਬੰਦਾ ਸਿਆਣਾ ਬਣਦਾ ਹੈ, ਚੁੱਭੀਆਂ ਲਾ ਕੇ ਕੋਈ ਬੰਦਾ ਅਕਲਮੰਦ ਨਹੀਂ ਬਣਦਾ। ਇਹ ਤਾਂ ਗੁਰਬਾਣੀ 'ਚ ਇਹ ਵੀ ਲਿਖਿਆ, ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੋਨੀ ਆਵੈ। ਤੇ ਇਹ ਜਿਹੜੇ ਡੱਡੂ ਮੱਛੀਆਂ ਆਦਿਕ ਸਦਾ ਹੀ ਪਾਣੀ 'ਚ ਰਹਿੰਦੇ ਨੇ। ਇੱਥੇ ਰਾਮਦਾਸ ਵੀ ਗੁਰੂ ਰਾਮਦਾਸ ਵਾਸਤੇ ਨਹੀਂ ਹੈ, ਉਹ ਹੈ ਪ੍ਰਭੂ ਪਰਮਾਤਮਾ ਦੇ ਸੇਵਕਾਂ ਤੋਂ ਭਾਵ ਹੈ। ਉਹ ਜਿਹੜੇ ਗਿਆਨ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਗਿਆਨਵਾਨ ਬਣ ਜਾਂਦੇ ਨੇ। ਇਹ ਸਾਰੇ ਲੋਕਾਂ ਨੇ, ਕਿਉਂਕਿ ਪਹਿਲਾਂ ਗਿਆਨ ਨਹੀਂ ਸੀ, ਜਿਹੜਾ ਲਿਖਾਰੀ ਸੀ, ਅਰਥ ਕਰਨ ਵਾਲੇ, ਟੀਕਾ ਕਰਨ ਵਾਲੇ ਸੀ, ਉਹਨਾਂ ਨੇ ਖਾਸ ਕਰਕੇ ਸਾਧ ਸੰਤਾਂ ਨੇ ਤਾਂ ਸਰੋਵਰਾਂ ਨੂੰ ਵਡਿਆਈ ਦਿੱਤੀ ਹੈ, ਉਹਨਾਂ ਨੇ ਗੁਰਬਾਣੀ ਨੂੰ ਵਡਿਆਈ ਨਹੀਂ ਦਿੱਤੀ। ਰੁੱਖਾਂ ਨੂੰ, ਬਿਰਖਾਂ ਨੂੰ, ਸਾਰੀਆਂ ਚੀਜ਼ਾਂ ਦੀ ਵਡਿਆਈ ਕਰਕੇ ਅੰਤ ਨੂੰ ਸਾਧ ਆਪਣੇ ਆਪ ਤੇ ਲੈ ਆਉਂਦਾ ਹੈ ਕਿ ਸੰਤ ਮਹਾਪੁਰਖ ਬ੍ਰਹਮ ਗਿਆਨੀ ਵੀ ਗੁਰੂ ਦੇ ਰੂਪ ਹੁੰਦੇ ਨੇ ਭਾਈ। ਜਿਹੜਾ ਇਹਨਾਂ ਦੇ ਅੱਗੇ ਮੱਥਾ ਟੇਕੇਗਾ ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਭਾਈ। ਇਹ ਤੁਹਾਨੂੰ ਗਿਆਨ ਤੋਂ ਸਖਣੇ ਕਰਕੇ ਕਦੀ ਆਪਣੇ ਮਗਰ ਲਾਉਂਦੇ ਨੇ, ਕਦੀ ਪਾਣੀ ਮਗਰ ਲਾਉਂਦੇ ਨੇ, ਕਦੀ ਉੱਥੇ ਦੁੱਖ ਭੰਜਨੀ ਬੇਰੀ ਹੈ ਉਹਦੇ ਪਿੱਛੇ ਲਾਉਂਦੇ ਨੇ, ਤੇ ਕਦੀ ਚਰਨ ਧੂੜ ਵੱਲ ਲਾਉਂਦੇ ਨੇ, ਤੇ ਕਦੀ ਜੁੱਤੀਆਂ ਸਾਫ਼ ਕਰਵਾਉਂਦੇ ਨੇ। ਇੱਕ ਥਾਂ ਤੇ ਮੈਨੂੰ ਇਹ ਕਹਿਣ ਤੇ ਮਜਬੂਰ ਹੋਣਾ ਪਿਆ, ਮੈਂ ਪੰਜਾਬ ਤੋਂ ਬਾਹਰ ਖੀਰੀ ਸ਼ਹਿਰ ਹੈ ਯੂਪੀ ਦੇ ਵਿੱਚ, ਇੱਕ ਉੱਥੇ ਗਿਆ ਸੀ, ਕਈ ਸਾਲ ਹੋ ਗਏ। ਉੱਥੇ ਮੈਂ ਦੇਖਿਆ ਹਰੇਕ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਜੁੱਤੀਆਂ ਨੂੰ ਮੱਥਾ ਟੇਕਦਾ ਸੀ, ਚੁੱਕ ਚੁੱਕ ਕੇ ਜੁੱਤੀਆਂ ਮੱਥੇ ਨੂੰ ਲਾਉਂਦੇ ਸੀ। ਸਟੇਜ ਦੇ ਉੱਤੇ ਜਦੋਂ ਮੈਂ ਗਿਆ, ਕਥਾ ਵਾਰਤਾ ਦੇ ਅਖੀਰ ਵਿੱਚ ਮੈਂ ਇਹ ਕਹਿ ਦਿੱਤਾ ਕਿ ਮੈਨੂੰ ਲੱਗਦਾ ਤੁਸੀਂ ਸਾਰੇ ਗੁਰੂ ਦੇ ਸਿੱਖ ਨਹੀਂ ਹੋ, ਤੁਸੀਂ ਜੁੱਤੀ ਦੇ ਸਿੱਖ ਹੋ, ਤੇ ਤੁਸੀਂ ਜੁੱਤੀਆਂ ਚੁੱਕ ਕੇ ਆਪਣੇ ਮੱਥੇ ਨੂੰ ਲਾਉਨੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹੀ ਮੱਥਾ ਤੁਸੀਂ ਲੈ ਕੇ ਗੁਰੂ ਗ੍ਰੰਥ ਸਾਹਿਬ ਕੋਲੇ ਆਉਨੇ ਹੋ ਤੇ ਇੱਥੇ ਵੀ ਝੁਕਾਉਨੇ ਹੋ, ਪਰ ਪਹਿਲਾਂ ਤੁਸੀਂ ਜੁੱਤੀਆਂ ਦੇ ਨਾਲ ਮੱਥਾ ਲਾ ਕੇ ਆਉਨੇ ਹੋ, ਜੁੱਤੀਆਂ ਨੂੰ ਮੱਥੇ ਨਾਲ ਛੁਹਾਉਂਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਦੂਜੇ ਨੰਬਰ ਤੇ ਆ ਗਿਆ, ਜੁੱਤੀ ਪਹਿਲੇ ਨੰਬਰ ਤੇ। ਮੈਨੂੰ ਕਹਿਣਾ ਪੈ ਰਿਹਾ ਕਿ ਤੁਸੀਂ ਜੁੱਤੀ ਦੇ ਸਿੱਖ ਹੋ। ਉਹ ਬਾਅਦ ਦੇ ਵਿੱਚ ਮੇਰੇ ਨਾਲ ਲੜ ਪਏ, ਗਾਲਾਂ ਗੂਲਾਂ ਵੀ ਦਿੱਤੀਆਂ, ਬਹੁਤ ਭੈੜਾ ਬੋਲਿਆ, ਤੇ ਫਿਰ ਮੈਂ ਉਹਨਾਂ ਨੂੰ ਸਾਹਮਣੇ ਬਿਠਾ ਲਿਆ, ਪ੍ਰਬੰਧਕਾਂ ਨੂੰ। ਲੰਮੀ ਵਿਚਾਰ ਚਰਚਾ ਹੋਈ, ਉਹਨਾਂ ਨੇ ਮੁੜ ਕੇ ਬੁਲਾਇਆ ਤਾਂ ਨਹੀਂ, ਪਰ ਮੈਂ ਉਹਨਾਂ ਦੇ ਕੰਨਾਂ ਨੂੰ ਹੱਥ ਲਵਾ ਕੇ ਆਇਆ ਵੀ ਜੁੱਤੀਆਂ ਨੂੰ ਮੱਥਾ ਟੇਕਣਾ ਪਾਗਲਪਣ ਤੋਂ ਸਿਵਾਏ ਕੁਝ ਵੀ ਨਹੀਂ ਹੈ। ਜੇ ਕਰਨੀ ਹੈ ਕਿਸੇ ਨੇ ਸੇਵਾ ਤਾਂ ਬੈਠ ਕੇ ਪਾਲਿਸ਼ ਕਰੋ, ਤੇ ਐਵੇਂ ਮੱਥੇ ਨੂੰ ਲਾਈ ਜਾਣਾ ਕੀ ਫਾਇਦਾ? ਇਸੇ ਤਰ੍ਹਾਂ ਗੰਦਾ ਪਾਣੀ ਪੀ ਜਾਣਾ, ਪੈਰਾਂ ਵਾਲਾ ਪਾਣੀ ਪੀ ਜਾਣਾ, ਬੇਰੀ ਨੂੰ ਮੱਥੇ ਟੇਕੀ ਜਾਣੇ, ਪਤਾ ਨਹੀਂ ਕੀ ਕੀ ਪਖੰਡ ਆਪਾਂ ਕਰ ਰਹੇ ਹਾਂ। ਰਾਮ ਦੇ ਦਾਸਾਂ ਦੇ ਸਰੋਵਰ ਦੇ ਵਿੱਚ ਉਹ ਹੈ ਸੰਗਤ ਰੂਪੀ ਸਰੋਵਰ, ਤੇ ਗੁਰੂ ਸਾਹਿਬ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ, ਪਾਣੀ ਚਿੱਤ ਨਾ ਧੋਪਈ, ਮੁਖ ਪੀਤਾ ਤਿਖ ਜਾਏ। ਭਾਈ ਪਾਣੀ ਨੇ ਤੁਹਾਡਾ ਮਨ ਦਿਮਾਗ ਨਹੀਂ ਸਾਫ਼ ਕਰਨਾ। ਜੇ ਤੁਸੀਂ ਪਾਣੀ ਪੀ ਲੋਗੇ ਪਿਆਸ ਤਾਂ ਬੁੱਝ ਜਾਵੇਗੀ, ਪਰ ਜਿਹੜਾ ਗਿਆਨ ਹੈ ਉਹ ਤੁਹਾਨੂੰ ਗੁਰੂ ਤੋਂ ਮਿਲੇਗਾ। ਤੁਹਾਡੇ ਦਿਮਾਗ ਚੋਂ ਉਹ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਗੁਰੂ ਦੇ ਗਿਆਨ ਨਾਲ ਨਿਕਲੇਗੀ, ਨਹੀਂ ਤਾਂ ਤੁਸੀਂ ਮੂਰਖ ਦੇ ਮੂਰਖ ਹੀ ਬਣੇ ਰਹੋਗੇ। ਤੇ ਜੇ ਕਿਤੇ ਉੱਥੇ ਸਰੋਵਰਾਂ 'ਚ ਚੁੱਭੀਆਂ ਲਾਉਣ ਵਾਲੇ ਸਿਆਣੇ ਬਣਨੇ ਹੁੰਦੇ ਤਾਂ ਉੱਥੋਂ ਦੇ ਜਿਹੜੇ ਆਲੇ ਦੁਆਲੇ ਰਹਿਣ ਵਾਲੇ ਚੁੱਭੀਆਂ ਲਾਉਣ ਵਾਲੇ ਅੱਜ ਤੱਕ ਬਹੁਤ ਸਿਆਣੇ ਹੋ ਗਏ ਹੁੰਦੇ। ਜਿਹੜੀ ਹਾਲਤ ਅਬ ਸਿੱਖਾਂ ਦੀ ਹੋ ਰਹੀ ਹੈ ਉਹ ਤੁਸੀਂ ਚੰਗੀ ਤਰ੍ਹਾਂ ਵੇਖ ਰਹੇ ਹੋ। ਅਸੀਂ ਗੁਰਬਾਣੀ ਰੂਪੀ ਸਰੋਵਰ ਨੂੰ ਛੱਡ ਦਿੱਤਾ, ਇਹ ਪਾਣੀ ਰੂਪੀ ਸਰੋਵਰ ਦੇ ਵਿੱਚ ਡੁੱਬ ਕੇ ਵੀ ਉਹਦੇ ਵਿੱਚ ਮਰਦੇ ਨੇ। ਕਿੰਨੇ ਬੰਦੇ ਡੁੱਬ ਕੇ ਮਰ ਚੁੱਕੇ ਨੇ ਉਹਦੇ ਵਿੱਚ, ਤੇ ਉਹ ਦਰਿਆ ਦੇ ਵਿੱਚੋਂ, ਰਾਵੀ ਚੋਂ ਪਾਣੀ ਆ ਰਿਹਾ ਤੇ ਉਹਦੇ ਵਿੱਚ ਮੱਛੀਆਂ ਵੀ ਤੁਰੀਆਂ ਫਿਰਦੀਆਂ ਨੇ। ਉਹ ਪਾਣੀ ਗੰਦਾ ਵੀ ਹੁੰਦਾ,
ਜਾਲਾ ਜੰਮ ਜਾਂਦਾ ਹੈ, ਉਹਨੂੰ ਜਾਲਿਆਂ ਨੂੰ ਉੱਥੇ ਉਹ ਸੇਵਾਦਾਰ ਸਫਾਈ ਕਰਦੇ ਨੇ ਤੇ ਉਹ ਸਾਰਾ ਕੁਝ ਤੁਹਾਨੂੰ ਨਜ਼ਰ ਨਹੀਂ ਆਉਂਦਾ। ਉਹ ਸਰੋਵਰ ਦੀ ਗੱਲ ਨਹੀਂ ਹੋ ਰਹੀ, ਗਿਆਨ ਰੂਪੀ ਸਰੋਵਰ ਦੀ ਗੱਲ ਹੋ ਰਹੀ ਹੈ। ਆਪਾਂ ਗਿਆਨ ਲੈਣਾ, ਚੰਗੇ ਇਨਸਾਨ ਬਣਨਾ, ਗਿਆਨਵਾਨ ਬੰਦਾ ਹੀ ਸਮਾਜ ਦਾ ਭਲਾ ਕਰ ਸਕਦਾ ਹੈ। ਚੁੱਭੀਆਂ ਲਾਉਣ ਵਾਲਾ ਸਮਾਜ ਦਾ ਕੁਝ ਵੀ ਨਹੀਂ ਸੰਵਾਰ ਸਕਦਾ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਅੱਜ ਦੇ ਜਿਹੜੇ ਸਵਾਲ ਜਵਾਬ ਨੇ ਉਹਨਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਕਿਉਂਕਿ ਸਮਾਂ ਵੀ ਸਾਡੇ ਕੋਲ ਕਾਫੀ ਹੋ ਚੁੱਕਾ ਹੈ, ਤਕਰੀਬਨ 36 ਮਿੰਟ ਸਾਨੂੰ ਹੋ ਚੁੱਕੇ ਨੇ ਤੇ ਆਪਾਂ ਨਹੀਂ ਚਾਹੁੰਦੇ ਕਿ ਇਹਨੂੰ ਜ਼ਿਆਦਾ ਵਿਸਥਾਰ ਦੇ ਵਿੱਚ ਲੋਕਾਂ ਤੱਕ, ਸੰਗਤਾਂ ਤੱਕ ਪਹੁੰਚਾਈਏ, ਕਿਉਂਕਿ ਕਈ ਵਾਰੀ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸਮਾਂ ਬਹੁਤ ਜ਼ਿਆਦਾ ਹੈ ਤੇ ਥੋੜੇ ਸਮੇਂ 'ਚ ਵੀ ਇਹ ਗੱਲ ਹੋ ਸਕਦੀ ਸੀ, ਪਰ ਕਿਉਂਕਿ ਸਵਾਲ ਇਦਾਂ ਦੇ ਨੇ, ਸਮਝਾਉਣਾ ਇਸ ਤਰੀਕੇ ਨਾਲ ਪੈਂਦਾ। ਸੋ ਬਹੁਤ ਵਧੀਆ ਆਪ ਜੀ ਨੇ ਸਵਾਲ ਦਿੱਤੇ, ਜਵਾਬ ਦਿੱਤੇ ਨੇ ਬੜੇ ਵਧੀਆ ਢੰਗ ਨਾਲ। ਸਾਡੇ ਜਿਹੜੇ ਸਰੋਤੇ ਨੇ, ਸਾਡੇ ਦਰਸ਼ਕ ਨੇ, ਦੇਖਣ ਵਾਲੇ, ਸੁਣਨ ਵਾਲੇ ਨੇ ਪ੍ਰੋਗਰਾਮ, ਉਹਨਾਂ ਤੱਕ ਇਹ ਚੀਜ਼ਾਂ ਪਹੁੰਚੀਆਂ ਨੇ ਤੇ ਸਦਾ ਰਹਿਣੀਆਂ ਨੇ। ਤੇ ਜਦੋਂ ਵੀ ਕੋਈ ਚਾਹੇ ਤਤ ਗੁਰਮਤ ਗਿਆਨ ਜਿਹੜਾ YouTube ਚੈਨਲ ਆ ਤੇ ਉਹਦੇ ਵਿੱਚੋਂ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ, ਤੁਸੀਂ ਪਿਛਲੇ ਸਵਾਲ ਜਵਾਬ ਵੀ ਹੁਣ ਦੇ ਵੀ ਦੇਖ ਸਕਦੇ ਹੋ ਤੇ ਬਾਪੂ ਜੀ ਦੇ ਹੋਰ ਵੀ ਬੜੇ ਪ੍ਰੋਗਰਾਮ ਨੇ, ਜਨਮ ਸਾਖੀਆਂ ਤੇ ਆਧਾਰਿਤ ਪ੍ਰੋਗਰਾਮ ਚੱਲਦਾ ਹੈ ਤੇ ਇਹਦੇ ਨਾਲ ਨਾਲ ਕਈ ਹੋਰ ਤਰ੍ਹਾਂ ਦੀਆਂ, ਜਿੱਦਾਂ ਕਈ ਵਿਦਵਾਨਾਂ ਦੇ ਜਿਹੜੇ ਵੀਡੀਓ ਆਡੀਓ ਆਉਂਦੀਆਂ ਨੇ, ਉਹਨਾਂ ਦੇ ਨਾਲ ਰਿਲੇਟਡ ਇਹਨਾਂ ਦੇ ਸਵਾਲ ਜਵਾਬ ਹੁੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਨੇ। ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਦੇਖੋ ਤੇ ਮਾਣੋ। ਟੈਲੀਗ੍ਰਾਮ ਦੇ ਉੱਪਰ ਵੀ ਇਹਨਾਂ ਦਾ ਚੈਨਲ ਹੈਗਾ, ਫੇਸਬੁੱਕ ਦੇ ਉੱਪਰ ਵੀ ਬਾਪੂ ਜੀ ਹੈਗੇ ਨੇ। ਇਹ ਸਾਰਾ ਜਿਹੜਾ ਉਹ ਪਾਇਆ ਜਾਂਦਾ, ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਸੀ ਉਹਨਾਂ ਨੂੰ ਵੀ ਆਡੀਓ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਤਾਂ ਜੋ ਤੁਸੀਂ ਕੰਮ ਕਰਦਿਆਂ, ਡਰਾਈਵਿੰਗ ਕਰਦਿਆਂ, ਚਲਦਿਆਂ ਫਿਰਦਿਆਂ ਉਹਨਾਂ ਨੂੰ ਸੁਣੋ ਤੇ ਗਿਆਨ ਪ੍ਰਾਪਤ ਕਰੋ, ਆਨੰਦ ਮਾਣੋ। ਸੋ ਬਾਪੂ ਜੀ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਆਪਾਂ ਫੇਰ ਮਿਲਾਂਗੇ। ਹੁਣ ਫਤਿਹ ਬੁਲਾਈਏ, ਇਜਾਜ਼ਤ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।